ਅੰਧ ਲਖੈ ਬਦਰੋ ਸੁਣੈ, ਜੋ ਕਾਲ ਕਿਰਪਾ ਕਰਾਏ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਬੇਸ਼ੁਮਾਰ ਅਥਾਹ ਅਗਣਤ ਅਤੁਲੈ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭਗਵਤੀ ਛੰਦ ਤੋ ਪ੍ਰਸਾਦ ਕਥਤੇ, ਕੇ ਆਸ਼ਿਜ ਦਿਸੈ ਕੇ ਆਪਿਜ ਪਿਸੈ, ਕੇ ਆਗੰਜ ਕਰਮੈ ਕੇ ਆਪੰਜ ਪਰਮੈ, ਕੇ ਆਪਿਜ ਪਿਸੈ ਕੇ ਆਸ਼ਿਜ ਦਿਸੈ। ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਸਿਮਰ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤ ਬੜੇ ਪ੍ਰੇਮ ਦੇ ਨਾਲ ਧੰਨ ਬਾਬਾ ਜਵਾਹਰ ਦਾਸ ਜੀ ਦੇ ਪਵਿੱਤਰ ਸਥਾਨ ਉੱਪਰ ਮਹਾਂਪੁਰਸ਼ਾਂ ਦੀ ਇਸ ਤਪੋ ਭੂਮੀ ਵਿਖੇ ਦਸਾਂ ਪਾਤਸ਼ਾਹੀਆਂ ਦੀ ਜੋਤ, ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿਨਾਂ ਦੇ ਦਰਬਾਰ ਦੇ ਵਿੱਚ ਪਵਿੱਤਰ ਹਜ਼ੂਰੀ ਅੰਦਰ ਸ੍ਰੀ ਜਾਪ ਸਾਹਿਬ ਜੀ ਦੀ ਕਥਾ ਆਪ ਸੰਗਤ ਬੜੇ ਪ੍ਰੇਮ ਦੇ ਨਾਲ ਕਰਵਾ ਰਹੇ ਹੋ। ਸਤਿਗੁਰੂ ਜੀ ਦੀ ਕਿਰਪਾ ਸਦਕਾ ਅੱਜ ਭਗਵਤੀ ਛੰਦ ਦੀ ਆਰੰਭਤਾ ਹੋ ਰਹੀ ਹੈ। ਆਓ ਬੜੇ ਪ੍ਰੇਮ ਦੇ ਨਾਲ ਇਸ ਪਾਵਨ ਪਵਿੱਤਰ ਵਿਚਾਰ ਨੂੰ ਆਰੰਭ ਕਰਨ ਦਾ ਸਤਿਗੁਰੂ ਜੀ ਬਲ ਬਖਸ਼ਿਸ਼ ਕਰਨ। ਆਪ ਸੰਗਤਾਂ ਕਿਰਪਾ ਕਰੋ, ਸਿਮਰ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭਗਵਤੀ ਛੰਦ ਤੋ ਪ੍ਰਸਾਦ ਕਥਤੇ, ਕੇ ਆਸ਼ਿਜ ਦਿਸੈ। ਕਲਗੀਧਰ ਸੱਚੇ ਪਾਤਸ਼ਾਹ ਗਰੀਬ ਨਵਾਜ ਭਗਵਤੀ ਛੰਦ ਅੰਦਰ ਵਾਹਿਗੁਰੂ ਪਰਮੇਸ਼ਰ ਜੀ ਦੀ ਮਹਿਮਾ ਗਾਇਨ ਕਰਦੇ ਨੇ, ਉਸਤਤ ਕਥਨ ਕਰਦੇ ਹਨ। ਤੋ ਪ੍ਰਸਾਦ ਕਥਤੇ, ਇਹ ਸਤਿਗੁਰੂ ਜੀ ਦੀ ਨਿਮਰਤਾ ਹੈ। ਵਾਹਿਗੁਰੂ ਜੀ ਅੱਗੇ ਬੇਨਤੀ ਕਰਦੇ ਨੇ ਕਿ ਹੇ ਸੱਚੇ ਪਾਤਸ਼ਾਹ, ਜਿਹੜੀ ਤੇਰੀ ਸਿਫਤ ਹੈ, ਤੇਰੀ ਉਸਤਤ ਹੈ, ਤੇਰੀ ਕੀਰਤੀ ਹੈ, ਵਡਿਆਈ ਹੈ, ਇਹ ਤੇਰੀ ਕਿਰਪਾ ਦੇ ਨਾਲ ਹੀ ਕਥਨ ਕੀਤੀ ਜਾ ਸਕਦੀ ਹੈ। ਜਿਸ ਉੱਤੇ ਆਪ ਜੀ ਕਿਰਪਾ ਕਰਦੇ ਹੋ, ਉਹਨੂੰ ਇਹ ਬਖਸ਼ਿਸ਼ ਦਿੰਦੇ ਹੋ ਕਿ ਉਹ ਆਪ ਜੀ ਦੇ ਗੁਣ ਗਾਇਨ ਕਰਨ ਲੱਗ ਪੈਂਦਾ ਹੈ।
ਪਰ ਅਸੀਂ ਲੋਕ ਹੋਰ ਹਿਸਾਬ ਰੱਖਦੇ ਹਾਂ। ਅਸੀਂ ਕਹਿੰਦੇ ਆ ਵੀ ਜਿਹੜਾ ਗ੍ਰੰਥੀ ਬਣਨਾ ਨਾ ਇਹ, ਤੇ ਫਿਰ ਜਦੋਂ ਬੰਦੇ ਤੇ ਗਰੀਬੀ ਆ ਜਾਂਦੀ ਆ, ਭੁੱਖਾ ਮਰਨ ਲੱਗ ਪੈਂਦਾ, ਇਹ ਤਾਂ ਬਣਦਾ ਹੈ। ਪਰ ਸਾਡੇ ਸਤਿਗੁਰੂ ਇਹਦੇ ਤੇ ਇਸ ਵਿਚਾਰ ਦੇ ਬਿਲਕੁਲ ਉਲਟ। ਕਲਗੀਧਰ ਜੀ ਕਹਿੰਦੇ ਨੇ, ਜਦੋਂ ਤੇਰੀ ਕਿਰਪਾ ਹੋਵੇ ਤੋ ਪ੍ਰਸਾਦ ਕਥ ਤੇ, ਜਦੋਂ ਤੇਰੀ ਮਿਹਰਬਾਨੀ ਹੋਵੇ ਤੂੰ ਤਰਸ ਕਰੇ ਕਿਸੇ ਉੱਪਰ, ਤਾਂ ਉਹ ਫਿਰ ਤੇਰੀ ਸਿਫਤ ਕਰਦਾ ਹੈ, ਤੇਰੇ ਗੁਣ ਗਾਉਂਦਾ ਹੈ, ਤੇਰੀਆਂ ਵਡਿਆਈਆਂ ਦਾ ਕਥਨ ਕਰਦਾ ਹੈ। ਤਾਂ ਇਹ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ ਕਿ ਵਾਹਿਗੁਰੂ ਜੀ ਦੀ ਜਿਹੜੀ ਸਿਫਤ ਸਲਾਹ ਹੈ, ਇਹ ਕੋਈ ਨਿੱਕੇ ਮੋਟੇ ਭਾਗਾਂ ਦੀ ਨਿਸ਼ਾਨੀ ਨਹੀਂ, ਇਹ ਬੜੇ ਵੱਡੇ ਭਾਗਾਂ ਦੀ ਨਿਸ਼ਾਨੀ ਹੈ, ਜਿਸ ਕਰਕੇ ਇਹ ਦਾਤ ਜਿਹੜੀ ਹੈ ਪ੍ਰਾਪਤ ਹੁੰਦੀ ਹੈ। ਤਾਂ ਸਤਿਗੁਰੂ ਜੀ ਕਹਿੰਦੇ, ਆਪ ਜੀ ਦੀ ਕਿਰਪਾ ਦੇ ਨਾਲ ਕਥਨ ਕਰਦਾ ਹਾਂ ਕਿ ਆਸ਼ਿਜ ਦੇਸ ਹੈ। ਜਿਹੜਾ ਕੇ ਸ਼ਬਦ ਹੈ ਨਾ, ਇਸ ਛੰਦ ਵਿੱਚ ਕੱਕੇ ਸਿਹਾਰੀ ਇਹ ਬਹੁਤ ਆਵੇਗਾ। ਇਹਨੂੰ ਵੈਸੇ ਆਵੈ ਕਹਿੰਦੇ ਨੇ, ਪ੍ਰਸੰਗ ਦੀ ਲੜੀ ਨੂੰ ਜੋੜਨ ਵਾਲਾ ਸ਼ਬਦ। ਪ੍ਰਸੰਗ ਦੀ ਲੜੀ ਨੂੰ ਜਿਹੜਾ ਸ਼ਬਦ ਜੋੜੇ ਉਹਨੂੰ ਆਵੇ ਬੋਲਦੇ ਨੇ। ਤੇ ਸੰਪਰਦਾਇ ਵਿੱਚ ਇਸ ਸ਼ਬਦ ਦਾ ਅਰਥ ਕੀਤਾ ਜਾਂਦਾ ਜੋ ਅਸ਼ਿਜ ਦੇਸ ਹੈ, ਜੋ ਅਭਿਜ ਭੇਸ ਹੈ, ਜੋ ਅਗੰਜ ਕਰਮ ਹੈ, ਜੋ ਅਭੰਜ ਭਰਮ ਹੈ, ਉਹ ਕੌਣ? ਵਾਹਿਗੁਰੂ। ਜਾਂ ਫਿਰ ਅਰਥ ਕੀਤਾ ਜਾਂਦਾ ਉਹ ਵਾਹਿਗੁਰੂ ਅਸ਼ਿਜ ਦੇਸ ਹੈ, ਉਹ ਜਿਹੜਾ ਅਭਿਜ ਭੇਸ ਹੈ। ਉਹ ਦਾ ਭਾਵ ਹੁੰਦਾ ਜਿਹੜਾ ਅੱਖਾਂ ਤੋਂ ਪਰੇ ਹੋਵੇ, ਇਦਮ ਦਾ ਵਿਸ਼ਾ ਨਾ ਹੋਵੇ। ਕਿਉਂ ਜਿਹੜਾ ਇਦਮ ਦਾ ਵਿਸ਼ਾ ਵਾ, ਇਹ ਦਾ ਵਿਸ਼ਾ, ਉਹ ਤੇ ਸਾਡੀਆਂ ਅੱਖਾਂ ਦੇ ਸਾਹਮਣੇ ਹੁੰਦਾ ਵੀ ਇਹ ਉਹ ਜਿਹੜਾ ਨੇਤਰਾਂ ਤੋਂ ਪਰੇ ਹੈ, ਇੰਦਰੀਆਂ ਤੋਂ ਪਰੇ ਹੈ, ਮਨ ਤੋਂ ਪਰੇ ਹੈ, ਸਰੀਰ ਤੋਂ ਪਰੇ ਹੈ, ਮੈਲੀ ਬੁੱਧੀ ਤੋਂ ਪਰੇ ਹੈ, ਕਰਮਾਂ ਦੇ ਹੰਕਾਰ ਤੋਂ ਪਰੇ ਹੈ। ਤਾਂ ਇਹ ਜਿਹੜਾ ਕੇ ਸ਼ਬਦ ਆ ਨਾ, ਕੇ, ਇਹਦਾ ਅਰਥ ਸੰਪਰਦਾਇ ਦੇ ਵਿੱਚ ਦੋ ਤਰ੍ਹਾਂ ਕੀਤਾ ਜਾਂਦਾ, ਜੋ ਪਹਿਲਾ ਤੇ ਉਹ ਦੂਜਾ। ਜੋ ਵਰਤ ਲਓ ਉਹ ਵਰਤ ਲਓ, ਪਰ ਅਰਥ ਬੜਾ ਸੋਹਣਾ। ਸੰਤਾਂ ਦਾ ਸਤਿਕਾਰ, ਗੁਰਬਾਣੀ ਨੂੰ ਦੇਖੋ ਕਿੰਨਾ। ਉਹ ਦਾ ਅਰਥ ਕੀ ਕਰਤਾ ਵੀ ਜਿਹੜਾ ਅੱਖਾਂ ਤੋਂ ਪਰੇ ਹੈ, ਮੈਲੀਆਂ ਅੱਖਾਂ ਨਾਲ ਨਹੀਂ ਦਿਖਦਾ। ਕਲਗੀਧਰ ਕਹਿੰਦੇ ਉਹ ਰੱਬ ਕਿ ਅਸ਼ਿਜ ਦੇਸੇ, ਉਹ ਜਿਹੜਾ ਅਸ਼ਿਜ ਦੇਸ ਹੈ, ਉਹ ਜਿਹੜਾ ਅਭਿਜ ਭੇਸ ਹੈ, ਉਹ ਜਿਹੜਾ ਅਗੰਜ ਕਰਮ ਹੈ, ਉਹ ਜਿਹੜਾ ਅਭੰਜ ਭਰਮ ਹੈ। ਇਹਨੂੰ ਠਾਕੁਰ ਨਿਹਾਲ ਸਿੰਘ ਜੀ, ਪੰਡਤ ਜੀ, ਸੰਤ ਮਹਾਰਾਜ, ਸੰਤ ਜੀ, ਜਿਨ੍ਹਾਂ ਨੇ ਸ੍ਰੀ ਜਾਪ ਸਾਹਿਬ ਦਾ ਸਭ ਤੋਂ ਪ੍ਰਸਿੱਧ ਤੇ ਵੱਡ ਆਕਾਰੀ ਬਹੁਤ ਅਰਥਾਂ ਵਾਲਾ ਟੀਕਾ ਕੀਤਾ ਨਾ, ਚੱਕਰਧਾਰ ਚਰਿੱਤਰਚਾਰ, ਠਾਕੁਰ ਸੰਤ ਨਿਹਾਲ ਸਿੰਘ ਜੀ, ਜਿਨ੍ਹਾਂ ਨੂੰ ਪੰਡਤ ਦੀ ਉਪਾਧੀ ਸੀ, ਉਹਨਾਂ ਨੇ ਆਖਿਆ ਵੀ ਜਿਹੜਾ ਇਹ ਕੇ ਸ਼ਬਦ ਆ ਨਾ, ਕੇ ਕੱਕੇ ਸਿਹਾਰੀ ਕੇ, ਇਹ ਫਾਰਸੀ ਦੇ ਮੁਤਾਬਕ ਉਹ ਲਿਖਦੇ ਨੇ ਵੀ ਅਤਫ ਕਾਫ ਆ। ਅਤਫ ਕਾਫ, ਅਤਫ ਕਾਫ ਕੀ ਹੁੰਦਾ ਹੈ? ਅਤਫ ਦਾ ਅਰਥ ਹੁੰਦਾ ਤਵੱਜੋ ਦੇਣਾ। ਐੜਾ ਤੱਤਾ ਫਫਾ, ਅਤਫ ਕਾਫ, ਤਵੱਜੋ ਦੇਣਾ, ਧਿਆਨ ਦੇਣਾ। ਇਹ ਧਿਆਨ ਦਿਵਾਉਣ ਵਾਲਾ ਕਾਫ ਹੈ। ਜਿਵੇਂ ਅੱਗੇ ਜਾ ਕੇ ਆਵੇਗਾ ਕਿ ਰੋਜ਼ੀ ਦੇਹੰਦ ਹੈ, ਅਰਥ ਤੇ ਉਹ ਹੀ ਬਣਦਾ, ਉਹ ਜਿਹੜਾ ਰੋਜ਼ੀ ਦੇਹੰਦ ਹੈ। ਤਾਂ ਫਾਰਸੀ ਮੁਤਾਬਕ ਸੰਪਰਦਾਇ ਵਿੱਚ ਇਹਦੇ ਅਰਥ ਕੀਤੇ ਜਾਂਦੇ ਨੇ ਅਤਵ ਕਾਫ। ਇਹ ਧਿਆਨ ਦਿਵਾਉਣ ਵਾਲਾ ਹੈ, ਪਰਮੇਸ਼ਰ ਦੇ ਗੁਣ ਚੇਤੇ ਕਰਾ ਕੇ ਪਰਮੇਸ਼ਰ ਵੱਲ ਤੁਹਾਡਾ ਧਿਆਨ ਖਿੱਚੇਗਾ, ਆਕਰਸ਼ਿਤ ਕਰੇਗਾ।
ਤਾਂ ਮਹਾਰਾਜ ਕਹਿੰਦੇ ਨੇ ਕਿ ਜੋ ਪਰਮੇਸ਼ਰ ਅਛਿਜ ਦੇਸ ਹੈ, ਛਿਜ ਮੈਨੇ ਨਾਸ਼ ਤੇ ਅੱਗੇ ਲੱਗੇ ਐੜਾ, ਐੜੇ ਕੰਨਾ, ਜਿਸ ਦਾ ਦੇਸ਼ ਨਾਸ ਤੋਂ ਰਹਿਤ ਹੈ। ਇਹਦਾ ਮਤਲਬ ਕਿ ਪਰਮਾਤਮਾ ਦਾ ਦੇਸ਼ ਕੀ ਆ? ਗੁਰਬਾਣੀ ਮੁਤਾਬਕ ਜਾਂ ਕਬੀਰ ਸਾਹਿਬ ਮੁਤਾਬਕ ਕਿ ਪੰਡਤ ਜੀ ਤੂੰ ਨਰਕ ਸਵਰਗਾਂ ਦੀਆਂ ਗੱਲਾਂ ਕਰਦਾ ਵਾਂ, ਪਰ ਨਾ ਤੇ ਉੱਥੇ ਕੋਈ ਗਿਆ ਮੁੜ ਕੇ ਆਣ ਕੇ ਦੱਸਿਆ, ਤੇ ਨਾ ਕੋਈ ਜਿਉਂਦਾ ਇੱਥੋਂ ਗਿਆ। ਪਰ ਮੈਂ ਤੈਨੂੰ ਇੱਕ ਸੱਚੀ ਗੱਲ ਦੱਸਾਂ, ਉਹ ਨਰਕ ਸਵਰਗ ਤੇ ਸ਼ਾਸਤਰ ਪ੍ਰਮਾਣ, ਤੇ ਅਸੀਂ ਉੱਤੇ ਸ਼ਰਧਾ ਵੀ ਰੱਖਦੇ ਹਾਂ। ਇਹ ਗੱਲ ਨਹੀਂ ਵੀ ਨਰਕ ਸਵਰਗ ਤੇ ਸਾਡੀ ਸ਼ਰਧਾ ਨਹੀਂ, ਸ਼ਰਧਾ ਭਾਵ ਯਕੀਨ ਨਹੀਂ। ਪਰ ਜੇ ਤੂੰ ਸੱਚਮੁੱਚ ਸਾਹਮਣੇ ਇਸ ਸਰੀਰ ਦੇ ਕੁਝ ਸਵਰਗ ਦੇਖਣਾ ਚਾਹੁੰਦਾ ਵਾਂ, ਸੁੱਖ ਦੇਖਣਾ ਚਾਹੁੰਦਾ ਵਾਂ, ਬੈਕੁੰਠ ਦੇਖਣਾ ਚਾਹੁੰਦਾ ਵਾਂ, ਸੁੱਖ ਦਾ ਥਾਂ ਦੇਖਣਾ ਚਾਹੁੰਦਾ, ਤੇ ਉਹ ਪ੍ਰਤੱਖ ਕੀ ਆ? ਸਾਧ ਸੰਗਤ। ਇਸ ਕਰਕੇ ਇੱਥੇ ਦੇਸ ਦਾ ਅਰਥ ਕੀ ਹੋ ਗਿਆ? ਸਾਧ ਸੰਗਤ। ਸਾਧ ਸੰਗਤ ਬੈਕੁੰਠੇ ਆਹੇ। ਜਿਹੜਾ ਸਾਧ ਸੰਗਤ ਰੂਪੀ ਦੇਸ ਹੈ, ਇਹ ਵੀ ਨਾਸ ਤੋਂ ਰਹਿਤ ਮੰਨਿਆ ਗਿਆ ਹੈ। ਅਛਿਜ ਦੇਸ ਪਰਮਾਤਮਾ ਜਿੱਥੇ ਵਸਦਾ ਹੈ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਤਾਂ ਜਿੱਥੇ ਪਰਮਾਤਮਾ ਦੀ ਮਹਿਮਾ ਗਾਇਨ ਕੀਤੀ ਜਾਂਦੀ ਹੈ, ਕੀਰਤਨ ਕੀਤਾ ਜਾਂਦਾ ਹੈ, ਉਸ ਸਾਧ ਸੰਗਤ ਰੂਪੀ ਦੇਸ ਨੂੰ ਵੀ ਨਾਸ ਤੋਂ ਰਹਿਤ ਮੰਨਿਆ ਗਿਆ ਹੈ। ਇਸੇ ਤਰ੍ਹਾਂ ਦੇਸ ਦਾ ਅਰਥ ਕੀ ਹੁੰਦਾ ਹੈ? ਉਪਦੇਸ਼। ਦੇਸ ਦਾ ਇੱਕ ਅਰਥ ਇਹ ਵੀ ਮਹਾਂਪੁਰਸ਼ ਕਰਦੇ ਨੇ ਵੀ ਉਪਦੇਸ਼, ਤੇ ਦੇਸ ਦਾ ਅਰਥ ਦੇਹ ਵੀ ਕੀਤਾ ਜਾਂਦਾ ਵਾ, ਸਰੀਰ ਵੀ ਕੀਤਾ ਜਾਂਦਾ। ਪਰਮਾਤਮਾ ਦਾ ਦੇਸ, ਧਨ ਸੋ ਦੇਸ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮੁਰਾਰੇ ਜੀਓ। ਦੇਸ ਦਾ ਅਰਥ ਉਪਦੇਸ਼ ਵੀ ਹੈ। ਤਾਂ ਜਿਹਨੇ ਸਤਿਗੁਰੂ ਦਾ ਉਪਦੇਸ਼ ਧਾਰਨ ਕਰ ਲਿਆ, ਮੰਨ ਲਿਆ, ਕਮਾ ਲਿਆ, ਉਹਨੂੰ ਐਸੀ ਅਵਸਥਾ ਪ੍ਰਾਪਤ ਹੁੰਦੀ ਹੈ ਜਿਹਦੇ ਬਾਰੇ ਗੁਰਬਾਣੀ ਕਹਿੰਦੀ ਹੈ ਕਿ ਉਹ ਨਾਸ ਤੋਂ ਰਹਿਤ। ਗੁਰ ਕਾ ਬਚਨ ਬਸੈ ਜੀ ਨਾਲੇ। ਜਦੋਂ ਅਸੀਂ ਗੁਰੂ ਦੇ ਉਪਦੇਸ਼ ਨੂੰ ਧਾਰਨ ਕਰ ਲਿਆ, ਕਮਾ ਲਿਆ। ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੈ ਜਾਲੇ। ਉਹਨੂੰ ਗੁਰੂ ਦੇ ਬਚਨ ਨੂੰ ਜਦੋਂ ਹਿਰਦੇ 'ਚ ਵਸਾ ਲਿਆ ਨਾ, ਵੀ ਤੂੰ ਸਰੀਰ ਨਹੀਂ, ਤੂੰ ਆਤਮਾ ਵਾ, ਤੂੰ ਤੇ ਜੋਤ ਆ। ਉਹ ਜਿਹੜੀ ਜੋਤ ਹੈ, ਉਹ ਜਿਹੜੀ ਆਤਮਾ, ਉਹਨੂੰ ਨਾ ਤੇ ਜਲ ਡੋਬ ਸਕਦਾ, ਨਾ ਚੋਰ ਚੋਰੀ ਕਰ ਸਕਦਾ, ਤੇ ਨਾ ਹੀ ਉਹਨੂੰ ਅੱਗ ਸਾੜ ਸਕਦੀ ਹੈ। ਤਾਂ ਵਾਹਿਗੁਰੂ ਪਰਮੇਸ਼ਰ ਐਸੀ ਕਿਰਪਾ ਕਰਦਾ, ਫਿਰ ਉਹਨਾਂ ਨੂੰ ਐਸੀ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ। ਜਾਂ ਫਿਰ ਸਤਿਪੁਰਸ਼ ਮਹਾਂਪੁਰਸ਼ ਅਰਥ ਕਰਦੇ ਨੇ ਕਿ ਅਛਿਜ ਦੇਸ ਹੈ, ਜੋ ਨਾਸ ਤੋਂ ਰਹਿਤ ਦੇਸ, ਮੈਨੇ ਦੇਹ ਵਾਲਾ। ਵਾਹਿਗੁਰੂ ਜੀ ਦਾ ਜਿਹੜਾ ਸਰੂਪ ਹੈ, ਦੇਹ ਹੈ, ਉਹ ਸਾਡੇ ਦੁਨਿਆਵੀ ਬੰਦਿਆਂ ਵਰਗੀ ਨਹੀਂ। ਤੁਸੀਂ ਦੇਖੋਗੇ ਵੀ ਸਾਡਾ ਸਰੀਰ ਹੌਲੀ ਹੌਲੀ ਬਦਲਦਾ ਜਾ ਰਿਹਾ। ਜਿਵੇਂ ਬਾਣੀ ਕਹਿੰਦੀ ਨਾ, ਬੁੱਢਾ ਹੋਆ ਸੇਖ ਫਰੀਦ ਕੰਬਣ ਲੱਗੀ ਦੇਹ। ਅਖੀਰ ਬੁਢੇਪਾ ਤੇ ਆਉਣਾ ਹੀ ਹੈ। ਬਚਪਨ ਦੇ ਵਿੱਚ ਸਰੀਰ ਕਿੱਦਾਂ ਦਾ ਸੀ, ਉਹ ਫਿਰ ਜਵਾਨੀ ਦੇ ਵਿੱਚ ਸਖਤ ਤੇ ਤਾਕਤ ਵਾਲਾ ਹੋ ਜਾਂਦਾ ਹੈ। ਫਿਰ ਜਿਵੇਂ ਜਿਵੇਂ ਉਮਰ ਵੱਧਦੀ ਹੈ, ਹੌਲੀ ਹੌਲੀ ਫਿਰ ਬੁਢੇਪੇ ਵੱਲ ਜਾਂਦਾ ਹੈ, ਤੇ ਮਾਸ ਜਿਹੜਾ ਉਹ ਹੱਡੀਆਂ ਛੱਡਣੀਆਂ ਸ਼ੁਰੂ ਕਰ ਦਿੰਦਾ ਹੈ, ਚਮੜੀ ਢਿਲਕ ਜਾਂਦੀ ਹੈ।
ਲੱਕ 'ਚ ਕੁੱਬ ਪੈਣਾ ਸ਼ੁਰੂ ਹੋ ਜਾਂਦਾ, ਅੱਖਾਂ ਦੀ ਜੋਤ ਘਟ ਜਾਂਦੀ ਹੈ। ਤਾਂ ਇਹ ਸਾਡਾ ਸਰੀਰ ਜਿਹੜਾ ਇਹ ਵਿਕਾਰੀ ਆ, ਇਹ ਬਦਲਦਾ ਵਾ। ਵਕਾਰ ਦਾ ਅਰਥ ਇੱਥੇ ਕਾਮ ਕ੍ਰੋਧ ਨਹੀਂ, ਇੱਥੇ ਵਕਾਰ ਦਾ ਅਰਥ ਜਿਹੜਾ ਬਦਲ ਜਾਂਦਾ ਵਾ। ਤੇ ਕਾਮ ਕ੍ਰੋਧ ਨੂੰ ਵੀ ਵਕਾਰ ਤਾਂ ਕਿਹਾ ਗਿਆ ਵਾ, ਇਹ ਵੀ ਬਦਲ ਜਾਂਦੇ ਆ। ਕਿਉਂ ਕ੍ਰੋਧ ਕਦੀ ਕਦੀ ਆਉਂਦਾ, ਫਿਰ ਇਹਨੇ ਬਦਲ ਜਾਣਾ, ਫਿਰ ਠੰਡਾ ਹੋ ਜਾਂਦਾ ਮਨ, ਫਿਰ ਆ ਜਾਂਦਾ ਕਿਤੇ। ਤਾਂ ਜਿਹੜਾ ਬਦਲ ਜੇ ਉਹ ਵਿਕਾਰੀ ਹੈ। ਤਾਂ ਮਹਾਰਾਜ ਕਹਿੰਦੇ ਪਰਮਾਤਮਾ ਦਾ ਜਿਹੜਾ ਦੇਸ ਆ, ਸਰੀਰ ਆ, ਭਾਵ ਸਰੂਪ ਆ, ਉਹਦੇ ਉੱਤੇ ਕੋਈ ਐਸਾ ਅਸਰ ਨਹੀਂ ਜਿਵੇਂ ਸਾਡੇ ਸਰੀਰਾਂ ਉੱਤੇ ਬੁਢੇਪਾ ਖੜਾ ਹੈ, ਮੌਤ ਨੇ। ਫਿਰ ਜਿੱਥੇ ਬੁਢੇਪੇ ਦਾ ਦੁੱਖ ਲੰਘਣਾ ਹੈ, ਉੱਥੇ ਕਮਾਲ ਦੀ ਗੱਲ ਤੇ ਇਹ ਆ, ਫਿਰ ਮੌਤ ਨੇ ਵੀ ਖਾਣਾ ਹੈ। ਮੌਤ ਵੀ ਇੱਕ ਦਿਨ ਆਉਣੀ ਹੈ। ਪਰ ਪਰਮਾਤਮਾ ਦਾ ਸਰੀਰ ਦੇਸ ਨਾਸ ਤੋਂ ਰਹਿਤ, ਉਹ ਹਮੇਸ਼ਾ ਕਾਇਮ ਬਣਿਆ ਰਹਿੰਦਾ ਹੈ। ਤੇ ਉਹਦੇ ਉੱਪਰ ਕਿਸੇ ਚੀਜ਼ ਦਾ ਵੀ, ਬਿਮਾਰੀ ਦਾ, ਉਮਰ ਦਾ, ਸਮੇਂ ਦਾ ਅਸਰ ਜਿਹੜਾ ਹੈ ਉਹ ਪੈਂਦਾ ਨਹੀਂ। ਸਤਿਗੁਰੂ ਜੀ ਵਾਹਿਗੁਰੂ ਜੀ ਦੀ ਉਸਤਤ ਕਰਦੇ ਨੇ ਕਿ ਵਾਹਿਗੁਰੂ ਜੀ ਤੁਸੀਂ ਐਸੇ ਦੇਸ ਸਰੀਰ ਵਾਲੇ ਹੋ, ਸਰੂਪ ਵਾਲੇ ਹੋ ਕਿ ਆ ਭਿਜ ਭੇਸੈ, ਕਿ ਆ ਭਿਜ ਭੇਸੈ। ਭਿਜ ਮੈਨੇ ਭਿੱਜਣਾ, ਤੇ ਅੱਗੇ ਲੱਗਾ ਐੜਾ, ਭਾਵ ਰਹਿਤ। ਭੇਸ ਮੈਨੇ ਭੇਖ, ਜਿਹੜੇ ਆਪਾਂ ਕੱਪੜੇ ਪਾਉਨੇ, ਸਿਰਫ ਕੱਪੜੇ ਪਾ ਲੈਣੇ ਤੇ ਰਹਿਤ ਨਾ ਰੱਖਣੀ, ਮਰਿਆਦਾ ਨਾ ਰੱਖਣੀ, ਸਿਰਫ ਬਸਤਰ ਧਰਮ ਦੇ ਧਾਰਨ ਕਰ ਲੈਣੇ। ਹੇ ਵਾਹਿਗੁਰੂ ਪਰਮੇਸ਼ਰ ਜੀ, ਆਪ ਭੇਸ ਭੇਖ ਧਾਰਨ ਕਰਕੇ ਨਹੀਂ ਭੇਜਦੇ। ਸਿਰਫ ਕੱਪੜੇ ਪਾ ਲਏ ਧਰਮ ਵਾਲੇ ਵੀ, ਸਾਧੂ ਸੰਤ ਲੋਕ ਜਿਹੜੇ ਨੇ ਉਹ ਇੱਦਾਂ ਦੇ ਕੱਪੜੇ ਪਹਿਨਦੇ ਨੇ ਤੇ ਮੈਂ ਵੀ ਹੁਣ ਇੱਦਾਂ ਦੇ ਪਾ ਲੈਂਦਾ। ਫਿਰ ਸੁਖਮਨੀ ਸਾਹਿਬ ਦੇ ਵਿੱਚ ਬੜੀਆਂ ਸੁੰਦਰ ਪੰਕਤੀਆਂ ਆਉਂਦੀਆਂ ਨੇ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕੀ ਕਹਿੰਦੇ ਨੇ? ਜਾਨਨਹਾਰ ਪ੍ਰਭੂ ਪ੍ਰਬੀਨ, ਬਾਹਰ ਭੇਖ ਨਾ ਕਾਹੂ ਪੀਂਦ। ਵਾਹਿਗੁਰੂ ਦਿਲਾਂ ਦੀਆਂ ਜਾਣਨ ਵਾਲਾ ਹੈ ਤੇ ਬਾਹਰ ਦੇ ਕੱਪੜੇ ਵੇਖ ਕੇ ਉਹ ਭਿੱਜਦਾ ਨਹੀਂ। ਦੂਸਰਾ ਅਰਥ ਸੰਤ ਲੋਕ ਕਰਦੇ ਨੇ, ਮਹਾਂਪੁਰਸ਼ ਕਰਦੇ ਨੇ। ਉਹ ਕੀ ਕਰਦੇ ਨੇ ਕਿ ਅਕਾਲ ਪੁਰਖ ਦਾ ਭੇਸ, ਜਿਨ੍ਹਾਂ ਨੇ ਅਕਾਲ ਪੁਰਖ ਦਾ ਭੇਸ ਧਾਰਨ ਕੀਤਾ, ਉਹ ਕੌਣ? ਮਹਾਤਮਾ, ਗੁਰਸਿੱਖ, ਗੁਰਮੁਖ ਪਿਆਰੇ, ਅਕਾਲ ਪੁਰਖ ਦੇ ਭੇਖ ਵਾਲੇ, ਭਾਵ ਰਹਿਤ ਵਾਲੇ, ਕਮਾਈ ਵਾਲੇ, ਸਿਰਫ ਕੱਪੜੇ ਪਾਉਣ ਵਾਲੇ ਨਹੀਂ। ਉਹ ਮਹਾਤਮਾ, ਗੁਰਸਿੱਖ, ਗੁਰਮੁਖ, ਜਿਹਨੂੰ ਆਪਾਂ ਖਾਲਸੇ ਵੀ ਕਹਿ ਦਿੰਦੇ, ਸਾਧੂ ਲੋਕ ਵੀ ਕਹਿ ਦਿੰਦੇ, ਉਹ ਫਿਰ ਸੰਸਾਰ ਦੇ ਵਿੱਚ ਭੇਜਦੇ ਨਹੀਂ, ਦੁਬਾਰਾ ਸੰਸਾਰ ਵਿੱਚ ਰਲਦੇ ਨਹੀਂ। ਆਮ ਲੋਕਾਂ ਵਾਲੀ ਉਹ ਬਿਰਤੀ ਨਹੀਂ ਧਾਰਨ ਕਰਦੇ। ਉਹ ਗੁਰੂ ਦਾ ਦਰ ਛੱਡਦੇ ਨਹੀਂ, ਜਾਂ ਪਦਾਰਥਾਂ ਦੇ ਵਿੱਚ ਨਹੀਂ ਭੇਜਦੇ। ਗੁਰਬਾਣੀ ਨੇ ਸਾਧੂ ਦੀ ਨਿਸ਼ਾਨੀ ਦੱਸੀ ਹੈ ਨਾ, ਵੀ ਸਾਧੂ ਕੌਣ ਹੈ? ਜਿਹੜਾ ਦੁਨੀਆ ਤੋਂ ਅੱਡ ਹੋ ਕੇ ਬਹਿ ਗਿਆ। ਇੱਕ ਤਾਂ ਉਹ ਮਹਾਤਮਾ ਮੰਨੇ ਨਾ ਜਿਹੜੇ ਦੁਨੀਆ ਤੋਂ ਅੱਡ ਹੋ ਕੇ ਬਹਿ ਗਏ, ਤੇ ਮਨ ਨੇ ਕਲਪਨਾ ਦਾ ਸੰਸਾਰ ਖੜਾ ਕਰਤਾ। ਪਰ ਗੁਰਬਾਣੀ ਨੇ ਸਾਧੂ ਕਿਹਨੂੰ ਮੰਨਿਆ? ਦੀਸੈ ਸਭ ਮਹਿ ਸਭ ਤੇ ਰਹਤੇ, ਪਾਰ ਬ੍ਰਹਮ ਕਾ ਉਹ ਧਿਆਨ ਧਰਤੇ, ਸੰਤਨ ਕੀ ਮਹਿਮਾ ਕਵਨ ਬਖਾਨੂ, ਅਗਾਧ ਬੋਧ ਕਿਛ ਮਿਤ ਨਹੀਂ ਜਾਣਦਾ। ਸਾਰਿਆਂ ਵਿੱਚ ਬੈਠੇ ਹੋਏ ਦਿਖਣਗੇ ਪਰ ਸਾਰਿਆਂ ਤੋਂ ਨਿਰਲੇਪ, ਮਨ ਕਰਕੇ ਕਿਸੇ ਨਾਲ ਅਟੈਚ ਨਹੀਂ। ਮਨ ਕਿੱਥੇ ਜੋੜਿਆ ਹੋਊਗਾ? ਪਰਮੇਸ਼ਰ ਦੇ ਨਾਲ। ਧਾਰਮਿਕ ਗ੍ਰੰਥਾਂ ਦੇ ਵਿੱਚ ਇੱਕ ਕਰਮ ਮੰਨਿਆ ਗਿਆ ਹੈ ਵੀ ਕੁਝ ਵੀ ਕਰੋ
ਪਾਪ ਨਹੀਂ ਲੱਗੂਗਾ ਕਦੇ। ਉਹ ਕਰਮ ਕੀ ਹੈ ਵੀ ਮਨ ਪਰਮੇਸ਼ਰ 'ਚ ਰੱਖੋ। ਜਿਵੇਂ ਪੁਲਿਸ ਨੂੰ ਮੈਜਿਸਟ੍ਰੇਟ ਹੁਕਮ ਦੇਵੇ ਵੀ ਗੋਲੀ ਚਲਾਓ, ਉਹਨਾਂ ਨੂੰ ਚਲਾਉਣੀ ਪੈਂਦੀ ਹੈ। ਹੁਣ ਉਹਨਾਂ ਦੀ ਗੋਲੀ ਨਾਲ ਜਿਹੜਾ ਮਰਿਆ, ਉਹਦਾ ਚਲਾਉਣ ਵਾਲੇ ਨੂੰ ਕੋਈ ਪਾਪ ਨਹੀਂ ਲੱਗਣਾ, ਕਿਉਂ? ਕਿਸੇ ਦੇ ਹੁਕਮ 'ਚ ਚੱਲੀ ਹੈ, ਕਿਸੇ ਦੇ ਕਹਿਣ ਤੇ ਚੱਲੀ ਹੈ, ਉਹ ਤਾਂ ਆਪਦੀ ਡਿਊਟੀ ਨਿਭਾ ਰਿਹਾ ਹੈ। ਇੱਦਾਂ ਜਦੋਂ ਅਸੀਂ ਆਪਣਾ ਚਿੱਤ ਵਾਹਿਗੁਰੂ ਵਿੱਚ ਜੋੜ ਦਿੰਦੇ ਹਾਂ, ਤੇ ਧਾਰਮਿਕ ਗ੍ਰੰਥਾਂ ਦਾ ਨਿਯਮ ਹੈ ਕਿ ਮਨ ਪਰਮੇਸ਼ਰ 'ਚ ਜੋੜ ਕੇ ਕਰਮ ਕਰੋ ਜਿਹੜਾ ਵੀ ਕਰਦਾ ਹੈ। ਬਾਕੀ ਜਿਹੜੇ ਕਰਮ ਨੇ ਦੁਨੀਆ ਦੇ, ਹੁਣ ਇੱਥੇ ਸਵਾਲ ਪੈਦਾ ਹੁੰਦਾ ਵੀ ਕਿੱਦਾਂ ਕਰੀਏ? ਕਹਿੰਦੇ ਬਾਕੀ ਜਿਹੜੇ ਕਰਮ ਨੇ ਉੱਤੋਂ ਉੱਤੋਂ ਕਰੋ। ਉੱਤੋਂ ਉੱਤੋਂ ਕਿਵੇਂ ਕਰੀਏ? ਹੁਣ ਆਪਾਂ ਪਰਿਵਾਰ ਵਾਲੇ ਹਾਂ, ਆਪਣਾ ਜਿਹੜਾ ਮੋਹ ਹੁੰਦਾ ਹੈ ਉਹ ਹੱਦ ਤਿੰਨਾਂ ਚਾਰਾਂ 'ਚ ਹੀ ਹੋਊਗਾ ਨਾ, ਇਹ ਤੋਂ ਵੱਧ ਤੇ ਮੋਹ ਹੁੰਦਾ ਨਹੀਂ ਕਿਸੇ 'ਚ। ਤੇ ਬਾਕੀ ਜਿੰਨਿਆਂ ਨੂੰ ਵੀ ਆਪਾਂ ਮਿਲਦੇ ਹਾਂ, ਉਹ ਕਿੱਦਾਂ ਮਿਲਦੇ ਫਿਰ? ਉੱਤੋਂ ਉੱਤੋਂ ਹੀ। ਆਓ ਜੀ, ਤੁਹਾਨੂੰ ਤੇ ਮੈਂ ਯਾਦ ਕਰਦਾ ਪਿਆ ਸੀ, ਮੈਨੂੰ ਤੇ ਛਿੱਕਾਂ ਆਉਂਦੀਆਂ ਪਈਆਂ ਸੀ, ਪਤਾ ਨਹੀਂ ਕਿੱਥੋਂ ਕਿੱਥੋਂ ਗੱਪ ਜੋੜੇ ਹੁੰਦੇ ਕੱਢ ਕੇ, ਮੈਂ ਤੇ ਤੇਰੀਆਂ ਗੱਲਾਂ ਕਰਦਾ ਪਿਆ ਸੀ। ਤੇ ਅੰਦਰੋਂ ਮਨ ਕੀ ਕਹਿੰਦਾ ਹੁੰਦਾ, ਕਿੱਥੋਂ ਆ ਗਿਆ ਲਹੂ ਪੀਣ, ਟਾਈਮ ਵੇਸਟ ਕਰਨ ਮੇਰਾ। ਫਿਰ ਅੰਦਰੋਂ ਅੰਦਰੀ ਕੁੜੀ ਜਾਣਾ ਉੱਠਦਾ ਹੀ ਨਹੀਂ ਹੈ, ਜਾਂਦਾ ਹੀ ਨਹੀਂ ਹੈ। ਮੋਹ ਜਿਹੜਾ ਹੁੰਦਾ ਹੈ ਉਹ ਹੱਦ ਤਿੰਨਾਂ ਚਾਰਾਂ 'ਚ ਹੋਊਗਾ, ਘਰ ਵਾਲੀ 'ਚ ਹੋਊਗਾ, ਬੱਚਿਆਂ 'ਚ ਹੋਊਗਾ, ਜੇ 2 ਬੱਚੇ ਹੋਏ ਉਹਨਾਂ 'ਚ ਹੋਊਗਾ, ਜਾਂ ਮਾਂ ਪਿਓ 'ਚ ਹੋਊਗਾ। ਬਾਕੀ ਸਾਰਿਆਂ ਦੇ ਨਾਲ ਅਸੀਂ ਇੱਦਾਂ ਹੀ ਕਰਦੇ ਹਾਂ। ਤਾਂ ਧਾਰਮਿਕ ਗ੍ਰੰਥ ਕਹਿੰਦੇ ਇਹ ਤਾਂ ਤੂੰ ਰੋਜ਼ ਹੀ ਕਰਦਾ ਵਾ। ਅੱਗੇ ਜਗਿਆਸੂ ਸਵਾਲ ਕਰਦਾ ਨਾ ਵੀ ਕਰਾਂ ਕਿੱਦਾਂ? ਕਹਿੰਦੇ ਕਰਦਾ ਨਹੀਂ, ਇਹ ਤਾਂ ਤੂੰ ਰੋਜ਼ ਹੀ ਕਰਦਾ। ਤਾਂ ਮਨ ਆਪਣਾ ਪਰਮੇਸ਼ਰ 'ਚ ਰੱਖੇ ਤੇ ਕਰਮ ਕਰੇ, ਮਨ ਕਿਤੇ ਹੋਰ ਜੁੜਿਆ ਹੋਵੇ। ਫਿਰ ਕਹਿੰਦੇ ਜੋ ਮਰਜ਼ੀ ਕਰੀ ਜਾਓ, ਕੋਈ ਪਾਪ ਨਹੀਂ ਕਿਸੇ ਨੂੰ ਲੱਗਦਾ ਹੈ। ਇਹ ਗੁਰਬਾਣੀ ਨੇ ਵੀ ਇਸ ਗੱਲ ਨੂੰ ਬੜਾ ਸੋਹਣਾ ਇੱਕ ਸੰਪੂਰਨ ਸ਼ਬਦ ਉਚਾਰਨ ਕੀਤਾ ਗੁਰਬਾਣੀ ਦੇ ਵਿੱਚ, ਜਿਹਦੇ ਵਿੱਚ ਕਈ ਉਦਾਹਰਨਾਂ ਦਿੱਤੀਆਂ ਨੇ। ਬੱਚੇ ਪਤੰਗ ਉਡਾਉਂਦੇ ਆ, ਬੀਬੀਆਂ ਸਿਰ ਤੇ ਘੜਾ ਰੱਖ ਕੇ ਪਾਣੀ ਭਰਨ ਜਾਂਦੀਆਂ ਨੇ। ਗਊ ਤੇ ਵੱਛੇ ਦੀ ਉਦਾਹਰਨ ਦਿੱਤੀ ਹੈ ਵੀ ਗਊ ਬੜੀ ਦੂਰ ਚਰਦੀ ਪਈ ਹੈ, ਵੱਛਾ ਘਰ 'ਚ ਬੱਝਾ ਹੋਇਆ। ਇਸੇ ਤਰ੍ਹਾਂ ਮਾਂ ਤੇ ਪੁੱਤ ਦੀ ਉਦਾਹਰਨ ਦਿੱਤੀ ਹੈ ਵੀ ਪੁੱਤ ਪੰਘੂੜੇ 'ਚ ਹੈ, ਮਾਂ ਕੰਮ ਤੇ ਕਰਦੀ ਪਈ ਹੈ ਸਾਰੇ ਘਰ ਦਾ, ਪਰ ਉਹਦਾ ਧਿਆਨ ਕਿੱਥੇ ਹੈ? ਬੱਚੇ ਦੇ ਵਿੱਚ। ਸ਼ਬਦ ਦੀਆਂ ਮੇਨ ਪੰਕਤੀਆਂ ਕੀ ਹੈ? ਮਨ ਰਾਮ ਨਾਮਾ ਬੇਦੀ ਅਲੇ, ਕਨਕ ਕਲਾ ਚਿਤ ਮਾਂਡੀ ਅਲੇ। ਤਾਂ ਮਹਾਰਾਜ ਕਹਿੰਦੇ ਜੇ ਇਸ ਤਰ੍ਹਾਂ ਕਰੇ, ਪਰਮਾਤਮਾ ਦੇ ਵਿੱਚ ਧਿਆਨ ਜੋੜ ਕੇ ਰੱਖੇ, ਦੀਸੈ ਸਭ ਮਹਿ ਸਭ ਤੇ ਰਹਿਤੇ, ਪਾਰ ਬ੍ਰਹਮ ਕਾਉ ਧਿਆਨ ਧਰਤੇ, ਫਿਰ ਉਹ ਦੁਨੀਆ ਦੇ ਪਦਾਰਥਾਂ ਦੇ ਵਿੱਚ ਭਿੱਜਦੇ ਨਹੀਂ, ਉਹਨਾਂ ਤੇ ਅਸਰ ਨਹੀਂ ਪੈਂਦਾ। ਮਹਾਂਪੁਰਸ਼ਾਂ ਦੀ ਸਾਖੀ ਆਉਂਦੀ ਹੈ। ਸੱਚਖੰਡ ਵਾਸੀ ਸ਼੍ਰੀਮਾਨ ਸੰਤ ਬਾਬਾ ਸੋਹਣ ਸਿੰਘ ਜੀ ਵਿਧੀ ਚੰਦੀਏ, ਬੜਾ ਸੁੰਦਰ ਉਹਨਾਂ ਦਾ ਬਚਨ ਆਉਂਦਾ ਹੈ। ਸੈਦੋ ਪਿੰਡ, ਸ਼ਾਇਦ ਸਰਦਾਰ ਖੁਸ਼ਹਾਲ ਸਿੰਘ ਜੀ ਉਹ ਸਿੱਖ ਦਾ ਨਾਮ ਹੈ, ਜਿਹਦੇ ਘਰ ਬੜੇ ਯਤਨ ਕਰਕੇ ਔਲਾਦ ਨਹੀਂ ਪੈਦਾ ਹੋਈ। ਚੰਗਾ ਸਿੱਖ ਸੀ, ਗੁਰੂ ਘਰ ਤੇ ਭਾਵਨਾ ਰੱਖਣ ਵਾਲਾ ਸੀ, ਮਨ ਨੂੰ ਧਰਵਾਸਾ ਦੇ ਲਿਆ ਵੀ ਚਲੋ ਜੇ ਨਹੀਂ ਪੈਦਾ ਹੋਈ ਤੇ ਵਾਹਿਗੁਰੂ ਦਾ ਹੁਕਮ, ਕਿਉਂ ਇੱਥੇ ਜੋ ਮਿਲ ਰਿਹਾ ਉਹ ਸਾਡੇ ਪਿਛਲੇ ਕਰਮ ਨੇ,
ਉਹ ਤੀਰ ਅਸੀਂ ਛੱਡ ਤੇ ਆ, ਉਹ ਗੋਲੀਆਂ ਛੱਡੀਆਂ ਗਈਆਂ ਨੇ, ਉਹ ਨਹੀਂ ਮੁੜਦੀਆਂ ਹੁਣ। ਇਹ ਜਿੰਨੀ ਵਡਿਆਈ ਮਿਲ ਰਹੀ ਆ, ਉਸਤਤ ਮਿਲ ਰਹੀ ਆ, ਹੋ ਸਕਦਾ ਨਿੰਦਿਆ ਵੀ ਮਿਲੇ, ਇਹ ਸਾਡੇ ਕਰਮ ਨੇ। ਇਸ ਮਿਲਨੇ ਇਹਨਾਂ ਨੂੰ ਕੋਈ ਨਹੀਂ ਰੋਕ ਸਕਦਾ। ਗੁਰੂ ਸਾਹਿਬ ਰੋਕ ਦੇਣ, ਉਹ ਕਿਰਪਾ ਕਰ ਦੇਣ, ਤਰਸ ਕਰ ਲੈਣ, ਵੱਖਰੀ ਗੱਲ, ਹੋਰ ਕਿਸੇ ਦੇ ਵੱਸ ਦੀ ਗੱਲ ਨਹੀਂ। ਜਿਹੜੇ ਹੁਣ ਕਰਦੇ ਪਏ ਆ ਇਹ ਅਗਲੇ ਜਨਮ 'ਚ ਮਿਲਣਗੇ। ਗੜਬੜ ਕਿੱਥੇ ਹੁੰਦੀ ਆ? ਜਦੋਂ ਹੋਣ ਵਾਲੀ ਸਿਚੁਏਸ਼ਨ ਨੂੰ, ਹਾਲਤ ਨੂੰ ਹੋਣ ਵਾਲੇ ਕਰਮਾਂ ਨਾਲ ਜੋੜ ਕੇ ਦੇਖਦੇ ਵੀ ਹੁਣ ਤੇ ਮੈਂ ਪਾਠ ਕਰਦਾ ਫਿਰ ਵੀ ਸੁੱਖ ਨਹੀਂ ਮਿਲਦਾ, ਹੁਣ ਤੇ ਮੈਂ ਇੰਨਾ ਕੁਝ ਕਰਦਾ ਫਿਰ ਵੀ ਵਡਿਆਈ ਨਹੀਂ ਮਿਲਦੀ। ਇੱਥੇ ਆਣ ਕੇ ਗੜਬੜ ਹੋ ਜਾਂਦੀ ਹੈ। ਧਾਰਮਿਕ ਗ੍ਰੰਥ ਗੁਰਬਾਣੀ ਕਹਿੰਦੀ ਹੈ ਇਹ ਪਿੱਛੇ ਕਰਕੇ ਆਇਆ ਉਹਨਾਂ ਦਾ ਫਲ ਮਿਲ ਰਿਹਾ, ਹੁਣ ਜਿਹੜੇ ਕਰ ਰਹੇ ਆ ਅੱਗੇ ਮਿਲ ਜਾਣਗੇ। ਇੱਕੋ ਇੱਕ ਗੁਰੂ ਦੀ ਸੇਵਾ ਸਾਖਸ਼ਾਤ ਮੰਨੀ ਗਈ ਆ ਵੀ ਗੁਰੂ ਸਾਹਿਬ ਹੁਣੇ ਕੀਤੇ ਕਰਮ ਦਾ ਫਲ ਦੇ ਸਕਦੇ, ਹੋਰ ਨਹੀਂ ਕੋਈ ਦੇ ਸਕਦਾ, ਨਹੀਂ ਤੇ ਬਾਕੀ ਅੱਗੇ ਮਿਲਣਗੇ। ਮਨ ਦੇ ਵਿੱਚ ਵਿਰਾਗ ਪੈਦਾ ਹੋਇਆ ਵੀ ਫਿਰ ਇਹ ਜਿਹੜੀ ਜ਼ਮੀਨ ਜਾਇਦਾਦ ਤਾਂ ਗੁਰੂ ਘਰ ਨੂੰ ਦਿੱਤੀ ਜਾਵੇ। ਦੇਖੋ ਕਿੱਦਾਂ ਦੇ ਸਿੱਖ ਸੀ। ਜੇ ਬੱਚਾ ਨਹੀਂ ਹੋਇਆ ਤੇ ਰੱਬ ਤੋਂ ਨਹੀਂ ਟੁੱਟਿਆ, ਆਪਣੇ ਆਪ ਨੂੰ ਸੰਤੋਸ਼ ਦਿੱਤਾ ਕਿ ਜੋ ਵਾਹਿਗੁਰੂ ਜੀ ਦਾ ਭਾਣਾ ਹੈ, ਨਹੀਂ ਤੇ ਬੱਚਾ ਨਾ ਹੋਵੇ ਤੇ ਉਹ ਤੇ ਰੱਬ ਤੋਂ ਪਹਿਲਾਂ ਨਾਸਤਕ ਹੋਣਾ ਨੇ। ਉਹ ਜ਼ਮੀਨ ਮੇਰੇ ਖਿਆਲ ਨਾਲ 16-17 ਕਿੱਲੇ ਜਿਹੜੀ ਜ਼ਮੀਨ ਸੀ, ਉਹ ਬਾਬਾ ਜੀ ਪਾਸ ਚਲੇ ਗਿਆ ਕਿ ਮਹਾਂਪੁਰਖ ਦਲ ਲੈ ਕੇ ਵਿਚਰਦੇ ਹੁੰਦੇ ਸੀ, ਤੇ ਬੇਨਤੀ ਕੀਤੀ ਤੇ ਅਰਦਾਸਾ ਕਰਾਤੀ। ਤੇ ਸੰਤ ਅੱਜ ਕੱਲ੍ਹ ਦੇ ਸੰਤਾਂ ਵਰਗੇ ਨਹੀਂ ਵੀ ਜੇ ਭੁੱਲ ਭੁਲੇਖੇ ਵੀ ਦੇ ਗਿਆ ਜਾਂ ਦੁਖੀ ਹੋ ਕੇ ਦੇ ਗਿਆ ਜਾਂ ਪਛਤਾ ਕੇ ਦੇ ਗਿਆ ਜਾਂ ਕਿਸੇ ਦਾ ਚੁੱਕ ਚੁਕਾ ਕੇ ਦੇ ਗਿਆ। ਮਹਾਂਪੁਰਸ਼ ਕਹਿਣ ਲੱਗੇ ਭਾਈ ਸਿੱਖਾ ਅਸੀਂ ਤੇਰੀ ਜ਼ਮੀਨ ਕੀ ਕਰਦੀਆਂ, 16 ਕਿੱਲੇ ਜ਼ਮੀਨ। ਇੱਦਾਂ ਕਰੀਏ ਆਪਾਂ ਵੀ ਆਪਾਂ ਮਹਾਰਾਜ ਅੱਗੇ ਅਰਦਾਸ ਕਰੀਏ ਵੀ ਉਹ ਤੈਨੂੰ ਬੱਚਾ ਦੇਣ, ਉਹ ਤੇਰੇ ਤੇ ਕਿਰਪਾ ਕਰਨ, ਇਹ ਜ਼ਮੀਨ ਤੂੰ ਆਪਦੀ ਆਪਣੇ ਕੋਲ ਰੱਖ। ਉਹਨੇ ਆਖਿਆ ਮਹਾਂਪੁਰਸ਼ੋ ਬੜੇ ਯਤਨ ਕੀਤੇ ਆ, ਗੱਲ ਬੜੀ ਨਹੀਂ, ਪਰ ਸੰਤ ਦੀ ਅਰਦਾਸ ਦੇ ਵਿੱਚ ਫਰਕ ਹੁੰਦਾ ਹੈ, ਜੁੜੇ ਹੋਏ ਦੀ ਅਰਦਾਸ 'ਚ ਫਰਕ ਹੁੰਦਾ ਹੈ। ਮਹਾਂਪੁਰਖਾਂ ਦੇ ਅਰਦਾਸੇ ਦੇ ਨਾਲ ਉਹਦੇ ਘਰ ਔਲਾਦ ਹੋ ਗਈ, ਜ਼ਮੀਨ ਉਹ ਦੇ ਗਿਆ ਬਾਬਾ ਜੀ ਨੂੰ, ਮਹਾਂਪੁਰਖਾਂ ਨੇ ਅਰਦਾਸਾ ਕੀਤਾ, ਬਾਬਾ ਜੀ ਨੇ ਔਲਾਦ ਹੋ ਗਈ। ਤਾਂ ਫਿਰ ਉਹਨੂੰ ਸੱਦ ਕੇ ਕਹਿਣ ਲੱਗੇ ਵੀ ਹੁਣ ਤੇਰੇ ਘਰ ਬੱਚਾ ਹੋ ਗਿਆ ਤੇ ਆਪਦੀ ਜ਼ਮੀਨ ਵਾਪਸ ਲੈ ਲਾ। ਇਹ ਕੀ ਆ? ਉਹ ਭੇਜਦੇ ਨਹੀਂ ਪਦਾਰਥਾਂ 'ਚ ਵੀ ਹੁਣ ਤੂੰ ਬੱਚੇ ਵਾਲਾ ਵਾ, ਤੇਰਾ ਪਰਿਵਾਰ ਕਿੱਦਾਂ ਪਲੇਗਾ, ਆਪਦੀ ਜ਼ਮੀਨ ਵਾਪਸ ਲੈ ਲਾ। ਪਰ ਉਹਨੇ ਸ਼ਰਧਾ ਵਿਖਾਈ, ਵਿਸ਼ਵਾਸ ਰੱਖਿਆ ਵੀ ਜਿਸ ਘਰ ਦੇ ਮੈਨੂੰ ਦਿੱਤਾ ਹੈ, ਮੇਰੀ ਅਰਦਾਸ ਕੀਤੀ ਹੈ, ਸ਼ਾਇਦ 9 ਏਕੜ ਪੈਲੀ ਉਹਨੇ ਮਹਾਂਪੁਰਖਾਂ ਕੋਲੇ ਰਹਿਣ ਦਿੱਤੀ ਤੇ 7 ਏਕੜ ਸੰਤਾਂ ਨੇ ਧੱਕੇ ਨਾਲ ਉਹਨੂੰ ਆਖਿਆ ਵੀ ਨਹੀਂ ਇੱਦਾਂ ਨਹੀਂ, ਕੁਝ ਤੇ ਲੈ ਫਿਰ। ਤੇ ਇਹ ਲੋਭ ਨਹੀਂ ਕੀਤਾ ਵੀ ਹੁਣ 16 ਦੇ 16 ਅਸੀਂ ਵਾਹ ਲਈਏ। ਤਾਂ ਮਹਾਰਾਜ ਕੀ ਕਹਿੰਦੇ ਨੇ, ਦੀਸੈ ਸਭ ਮੈਂ ਸਭ ਤੇ ਰਹਿਤੇ। ਜਦੋਂ ਅਸੀਂ ਅਕਾਲ ਪੁਰਖ ਦਾ ਭੇਸ ਧਾਰਨ ਕਰਦੇ ਹਾਂ, ਸਤਿਗੁਰਾਂ ਦੀ ਸਿੱਖਿਆ ਤੇ ਚੱਲਦੇ ਹਾਂ, ਰਹਿਤ ਤੇ ਚੱਲਦੇ ਹਾਂ, ਤਾਂ ਫਿਰ ਸੰਸਾਰ ਦੇ ਵਿੱਚ ਭਿੱਜਦੇ ਨਹੀਂ, ਪਦਾਰਥਾਂ ਦੇ ਵਿੱਚ ਭਿੱਜਦੇ ਨਹੀਂ। ਆ ਕੱਲ੍ਹ ਪਰਸੋਂ ਬਾਬਾ ਸ਼ਾਹ ਜੀ ਆਏ ਸੀ ਨਾ, ਆਪਣੇ ਜਥੇਦਾਰ ਫਿਰੋਜ਼ਪੁਰ ਵਾਲੇ, ਉਹਨਾਂ ਕਿੱਡਾ ਸੋਹਣਾ ਭਜਨ ਸੁਣਾਇਆ ਵੀ ਨੰਬਰਦਾਰ ਜੀ ਨੂੰ ਨਾਲ ਲੈ ਕੇ ਆਏ। ਭਾਈ ਫੱਤੂ ਸਮੂ ਦੀਆਂ ਟਾਹਲੀਆਂ, ਪਾਤਸ਼ਾਹੀ 10ਵੀਂ, ਭਾਈ ਫੱਤੂ ਸਮੂ ਮਹਾਰਾਜ ਦੇ ਸਿੱਖ ਹੋਏ ਨੇ 10ਵੇਂ ਪਾਤਸ਼ਾਹ ਦੇ, ਉਹਨਾਂ ਦੇ ਨਾਲ ਜਿਹੜਾ ਸੰਬੰਧਿਤ ਸਥਾਨ ਹੈ ਸੰਗਤ ਦੇ ਦੱਸਣ ਤੇ ਉਹਦੀ ਸੇਵਾ ਕਰਾਉਂਦੇ ਨੇ ਬਾਬਾ ਸ਼ਾਹ ਜੀ। ਉਹ
ਬਾਬਾ ਜੱਜ ਜੀ, ਉਹ ਨੰਬਰਦਾਰ ਜੀ ਨੂੰ ਨਾਲ ਲੈ ਕੇ ਆਏ ਤੇ ਨੰਬਰਦਾਰ ਜੀ ਬੜੇ ਨਾਰਾਜ਼ ਘਰੋਂ ਤੇ ਆਣ ਕੇ ਮਹਿਤੇ ਸੰਤ ਬਾਬਾ ਹਰਨਾਮ ਸਿੰਘ ਜੀ ਨੂੰ ਕਹਿੰਦੇ ਮੈਂ 10 ਕਿੱਲੇ ਪੈਲੀ ਅਰਦਾਸਾ ਕਰਾਉਣੀ ਆ। ਤੇ ਬਾਬੇ ਜੱਜ ਨੇ ਆਖਿਆ ਫਿਰ ਵੀ ਮਹਿਤੇ ਚੱਲ ਜਾ, ਮੈਂ ਤੈਨੂੰ ਨਾਲ ਲੈ ਜਾਣਾ। ਨਾਲ ਲੈ ਕੇ ਆਏ ਤੇ ਬਾਬਾ ਜੀ ਨੇ ਕੀ ਆਖਿਆ? ਬਾਬੇ ਕਹਿੰਦੇ ਗੱਲ ਕੀ ਹੋਈ ਬਈ? ਕਹਿੰਦਾ ਜੀ ਨਿਆਣਿਆਂ ਨਾਲ ਬਣਦੀ ਨਹੀਂ, ਮੈਨੂੰ ਸਾਂਭਦੇ ਨਹੀਂ, ਮੈਨੂੰ ਪੁੱਛਦੇ ਨਹੀਂ। ਕਹਿੰਦੇ ਫਿਰ ਕੀ ਆ? ਵੀ ਘਰ 'ਚ ਗੁੱਸੇ ਰਾਜੀ 100 ਵਾਰੀ ਹੋਈਦਾ, ਤੇ ਅੱਜ ਤੂੰ 10 ਕਿੱਲੇ ਸਾਨੂੰ ਚੜਾ ਚੱਲਿਆ, ਤੇ ਤੂੰ ਤੇ ਤੇਰੀ ਘਰ ਵਾਲੀ ਬੱਚੇ ਅੱਗੇ ਨਹੀਂ ਪੁੱਛਦੇ, 10 ਕਿੱਲੇ ਜਿਹੜੇ ਆਉਂਦੇ ਉਹ ਸਾਨੂੰ ਚੜਾ ਚੱਲਿਆ, ਤੇ ਆਪ ਰੋਲ ਕੇ ਮਰਨਾ ਹੀ। ਫਿਰ ਵੀ ਗੁਰਦੁਆਰੇ ਵਾਲੇ ਤੇ ਬੇਪਰਵਾਹ ਹੁੰਦੇ, ਫਿਰ ਇਹਨਾਂ ਥੋੜੀ ਬੱਚਿਆਂ ਵਾਂਗ ਸਾਂਭਣਾ ਕਿਸੇ ਨੂੰ। ਤੂੰ ਇਦਾਂ ਕਰ ਵੀ 10 ਸਾਲ ਅਜੇ ਖਲੋ, ਤੇ 10 ਸਾਲਾਂ ਬਾਅਦ ਗੱਲ ਕਰਾਂਗੇ ਤੇਰੇ ਨਾਲ। ਦੂਰ ਦ੍ਰਿਸ਼ਟੀ। ਚਲੋ ਲੜਾਈ ਹੋ ਜਾਂਦੀ ਆ, ਫਿਰ ਕੀ ਆ, ਮਾਂ ਪਿਓ ਨੇ ਮਾਂ ਪਿਓ ਹੀ ਰਹਿਣਾ। ਤੇ ਕਹਿੰਦੇ ਜੇ ਨਾ ਰੋਕ ਆਇਆ ਨਾ ਮਨ ਮੰਨਿਆ, 10 ਸਾਲਾਂ 'ਚ ਵੀ ਮਨ ਇੱਥੇ ਖਲੋਤਾ ਰਿਹਾ, ਤੇ ਫਿਰ ਇੱਕ ਸ਼ਰਤ ਤੇ ਜ਼ਮੀਨ ਲੈ ਲਾਂਗੇ ਤੇਰੀ, ਵੀ ਤੂੰ ਵਸੀਅਤ ਕਰਦੀ ਵੀ ਜਿੰਨਾ ਚਿਰ ਮੈਂ ਤੇ ਮੇਰੀ ਘਰ ਵਾਲੀ ਜਿਉਂਦੇ ਆ ਉਨਾ ਚਿਰ ਸਾਡੀ ਉਹਦੇ ਬਾਅਦ ਗੁਰਦੁਆਰੇ ਤੇ। ਇਹ ਨਾ ਹੋਵੇ ਵੀ ਬਾਅਦ ਰੁਲ ਕੇ ਮਰਿਓ ਬੁਢੇਪੇ 'ਚ। ਕਹਿਣ ਤੋਂ ਭਾਵ ਵੀ ਪਦਾਰਥ ਦਾ ਅਸਰ ਹਰੇਕ ਤੇ ਪੈਂਦਾ, ਮਾਇਆ ਦਾ ਅਸਰ ਹਰੇਕ ਤੇ ਪੈਂਦਾ। ਇਹ ਨਹੀਂ ਵੀ ਮੇਰੇ ਤੇ ਨਹੀਂ ਪੈਂਦਾ ਜਾਂ ਹੋਰ ਕਿਸੇ ਤੇ ਨਹੀਂ ਪੈਂਦਾ, ਪੈਂਦਾ ਤੇ ਹਰੇਕ ਤੇ ਹੀ ਹੋਊਗਾ। ਪਰ ਕੋਈ ਵਿਰਲੇ ਮਹਾਤਮਾ ਮਹਾਂਪੁਰਸ਼ ਇੱਦਾਂ ਦੇ ਹੋਣਗੇ ਜਿਨ੍ਹਾਂ ਤੇ ਮਾਇਆ ਦਾ ਅਸਰ ਨਹੀਂ, ਪਦਾਰਥ ਦਾ ਅਸਰ ਨਹੀਂ। ਤੇ ਅੱਜ ਕੱਲ੍ਹ ਸਾਧਾਂ ਦਾ ਇਹ ਹਾਲ ਆ ਵੀ ਭੁੱਲ ਭੁਲੇਖੇ ਵੀ ਜੇ ਕੋਈ ਦੇ ਗਿਆ ਬਾਅਦ 'ਚ ਵੜਨ ਥੋੜ੍ਹੀ ਦੇਈਦਾ, ਪੈਰ ਥੋੜ੍ਹੀ ਲੱਗਣ ਦੇਣੇ ਬਾਅਦ 'ਚ। ਤਾਂ ਉਹ ਪਦਾਰਥਾਂ ਵਿੱਚ ਭਿੱਜਦੇ ਨਹੀਂ, ਉਹ ਮਾਇਆ ਦੇ ਲੋਭ ਦੇ ਵਿੱਚ ਭਿੱਜਦੇ ਨਹੀਂ, ਉਹ ਫਿਰ ਦੁਨਿਆਵੀ ਸੰਗਤ ਜਾ ਕੇ ਭਿੱਜਦੇ ਨਹੀਂ, ਉਹ ਨਹੀਂ ਬਹਿੰਦੇ ਮਾੜੀ ਸੰਗਤ ਦੇ ਵਿੱਚ। ਤਾਂ ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਭਿੱਜਣ ਤੋਂ ਰਹਿਤ ਕਰ ਦਿੰਦੇ ਹਨ ਕਿ ਆਗੰਜ ਕਰਮੈ। ਉਹ ਵਾਹਿਗੁਰੂ ਜਿਹੜਾ ਹੈ, ਕਿ ਦਾ ਅਰਥ ਹੋ ਗਿਆ ਉਹ ਵਾਹਿਗੁਰੂ ਪਰਮੇਸ਼ਰ, ਉਹ ਆਗੰਜ ਕਰਮ ਵਾਲਾ ਹੈ। ਕਰਮ ਜਿਹੜਾ ਉਹਦੀ ਰਹਿਮਤ ਹੈ। ਕਰਮ ਕੀ ਨੇ ਉਹਦੇ? ਦਿਆਲਤਾ, ਦੀਨਾ ਬੰਧੂ, ਕਿਰਪਾ ਨਿਧਾਨ, ਭਗਤ ਵਛਲੇ, ਸਾਰੇ ਉਹਦੇ ਕਰਮ ਨੇ। ਇਹ ਆਗੰਜ ਗਿਣਤੀ ਤੋਂ ਰਹਿਤ ਨੇ। ਪਤਤ ਉਦਾਹਰਣਾ, ਜੀ ਜੰਤ ਤਾਰਣਾ, ਵੇਦ ਉਚਾਰ ਨਹੀਂ ਅੰਤ ਪਾਇਓ। ਗੁਣ ਹੈ ਸੁਖ ਸਾਗਰਾ, ਬ੍ਰਹਮ ਰਤਨਾਗਰਾ। ਉਸ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਦਾ, ਕਰਮਾਂ ਦਾ, ਕਿਰਪਾ ਦਾ, ਤਰਸ ਦਾ ਕੋਈ ਗੰਜ ਗਿਣਤੀ ਨਹੀਂ ਹੋ ਸਕਦੀ। ਉਹ ਅਗੰਜ ਗਿਣਤੀ ਤੋਂ ਰਹਿਤ ਹੈ। ਜਾਂ ਫਿਰ ਗੰਜ ਦਾ ਅਰਥ ਜਾਂ ਫਿਰ ਇਸ ਤਰ੍ਹਾਂ ਵੀ ਕਰ ਲੈਂਦੇ ਨੇ ਵੀ ਸੰਸਾਰ ਰੂਪ ਜਿਹੜਾ ਕਰਮ, ਕਰਮ ਮੈਨੇ ਜੋ ਸਾਡਾ ਕੀਤਾ ਹੋਇਆ, ਇਹ ਸੰਸਾਰ ਕਿਹਦਾ ਕਰਮ ਆ? ਇਹ ਸੰਸਾਰ ਕਿਹਦਾ ਬਣਾਇਆ ਹੈ? ਪਰਮੇਸ਼ਰ ਦਾ, ਵਾਹਿਗੁਰੂ ਦਾ। ਇਹ ਵੀ ਗੰਜ ਦਾ ਅਰਥ ਕੀ ਕਰ ਲਿਆ ਫਿਰ? ਨਾਸ ਤੋਂ ਰਹਿਤ। ਗੰਜ ਹੋ ਗਿਆ ਨਾਸ, ਆ ਗੰਜ ਨਾਸ ਤੋਂ ਰਹਿਤ। ਇਹ ਸੰਸਾਰ ਵੀ ਪ੍ਰਵਾਹ ਰੂਪ ਚ ਨਾਦੀ ਹੈ। ਕਿਉਂ? 2 ਪੰਕਤੀਆਂ ਆਉਣਗੀਆਂ ਨਾ ਗੁਰਬਾਣੀ ਚ, ਕਿਤੇ ਤੇ ਆਵੇਗਾ ਵੀ ਸੰਸਾਰ ਝੂਠਾ, ਤੇ ਕਿਤੇ ਕੀ ਆਵੇਗਾ? ਸਤ ਕਰਮ ਜਾ ਕੀ ਰਚਨਾ ਸਤ, ਮੂਲ ਸਤ। ਇਸ ਕਰਕੇ ਅੱਗੇ ਉਤਪੱਤੀ ਵੀ ਜਿਹੜੀ ਹੈ ਉਹ ਸਤ ਹੀ ਹੋਵੇਗੀ, ਕਿਉਂਕਿ ਮੁੱਢ ਸੱਚ।
ਤਾਂ ਦੂਸਰੀਆਂ ਪੰਕਤੀਆਂ ਕੀ ਆਉਣਗੀਆਂ ਕਿ ਸੰਸਾਰ ਮਿਥਿਆ ਵਾ, ਝੂਠਾ। ਤਾਂ ਸੰਸਾਰ ਦਾ ਜਿਹੜਾ ਕਰਮ ਆ ਪਰਮੇਸ਼ਰ ਦਾ ਕੀਤਾ ਹੋਇਆ, ਇਹ ਸੰਸਾਰ ਰੂਪੀ ਕਰਮ, ਇਹ ਪ੍ਰਵਾਹ ਰੂਪ ਚ ਗੰਜ ਤੋਂ ਰਹਿਤ, ਨਾਸ ਤੋਂ ਰਹਿਤ। ਪ੍ਰਵਾਹ ਰੂਪ ਕਿਹਨੂੰ ਕਹਿੰਦੇ? ਅੱਗੇ ਤੋਂ ਅੱਗੇ। ਜਿਵੇਂ ਮਾਂ ਪਿਓ ਦੇ ਬੱਚੇ ਹੋ ਗਏ, ਉਹ ਬੱਚੇ ਵੱਡੇ ਹੋਣਗੇ, ਫਿਰ ਉਹਨਾਂ ਦੇ ਬੱਚੇ ਹੋਣਗੇ, ਇੱਦਾਂ ਅੱਗੇ ਤੋਂ ਅੱਗੇ ਤੁਰਿਆ ਜਾ ਰਿਹਾ ਵਾ। ਇਹਨੂੰ ਕਹਿੰਦੇ ਪ੍ਰਵਾਹ ਰੂਪ ਚ ਸੱਤ, ਅਨਾਦਿ ਪ੍ਰਵਾਹ ਰੂਪ ਚ ਅੱਗੇ ਤੋਂ ਅੱਗੇ। ਤਾਂ ਇਹ ਪ੍ਰਵਾਹ ਰੂਪ ਦੇ ਵਿੱਚ ਸੱਤ ਮੰਨਿਆ ਜਾਂਦਾ ਹੈ। ਜਾਂ ਫਿਰ ਗੰਜ ਕਹਿੰਦੇ ਨਾਸ ਨੂੰ। ਹੇ ਵਾਹਿਗੁਰੂ, ਜੋ ਤੂੰ ਕਿਰਪਾ ਕਰਕੇ ਦੇ ਦਿੰਦਾ ਹੈ, ਜੋ ਤੂੰ ਕਿਰਪਾ ਕਰਦਾ ਹੈ, ਉਹ ਨਾਸ ਤੋਂ ਰਹਿਤ ਹੈ। ਇਸ ਤਰ੍ਹਾਂ ਮਹਾਂਪੁਰਸ਼ ਗੁਰਬਾਣੀ ਦੇ ਅਰਥ ਕਰਦੇ ਹਨ ਕਿ ਆ ਪੰਜ ਪਰਮੈ। ਆ ਪੰਜ ਪਰਮੈ, ਆ ਕੀ ਹੋਇਆ? ਉਪਸਰਗ। ਇਹ ਕੀ ਕਰਦਾ? ਧਾਤੂ ਤੋਂ ਪਹਿਲਾਂ ਲੱਗ ਕੇ ਅਦਿਕ ਧਾਤ ਨੂੰ ਕਰਦਾ ਵਾ, ਜਣਾਉਂਦਾ ਵਾ। ਆ ਵਿਸ਼ੇਸ਼ ਕਰਕੇ ਪੰਜ ਭੰਨ ਦੇਣਾ। ਉਹ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ, ਜਾਂ ਜੋ ਵਾਹਿਗੁਰੂ ਪਰਮੇਸ਼ਰ ਦੇ ਸਾਖਸ਼ਾਤ ਰੂਪ, ਬਿਲਕੁਲ ਵੀ ਫਰਕ ਨਹੀਂ। ਜਿਵੇਂ ਸ਼ੀਸ਼ੇ ਅੱਗੇ ਖਲੋ ਕੇ ਆਪਣੀ ਸ਼ਕਲ ਦੇਖੀਏ, ਸੂਰਤ ਦੇਖੀਏ, ਗੁਰੂ ਤੇ ਗੋਬਿੰਦ ਦਾ ਇਹ ਰਿਸ਼ਤਾ ਬਿਲਕੁਲ ਵੀ ਫਰਕ ਨਹੀਂ। ਤਾਂ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਸਾਖਸ਼ਾਤ ਰੂਪ ਹੈ, ਉਹ ਕੌਣ ਨੇ? ਸਾਡੇ ਸਤਿਗੁਰੂ। ਉਹ ਜਦੋਂ ਕਿਰਪਾ ਕਰਦੇ ਨੇ, ਤਰਸ ਕਰਦੇ ਨੇ, ਮਿਹਰ ਕਰਦੇ ਨੇ, ਤਾਂ ਕਿਰਪਾ ਕਰਕੇ, ਤਰਸ ਕਰਕੇ ਫਿਰ ਭੰਜੈ ਭੰਨ ਦਿੰਦੇ ਨੇ। ਕਿਹਨੂੰ ਭਾਈ? ਭਰਮ ਨੂੰ। ਭਰਮ ਕਿਹਨੂੰ ਕਹਿੰਦੇ? ਭੇਦ ਨੂੰ। ਭੇਦ ਕਿਹਨੂੰ ਕਹਿੰਦੇ? ਫਰਕ ਨੂੰ। ਜਿਹੜਾ ਫਰਕ ਦਿੰਦਾ ਨਾ ਦੁਨੀਆ 'ਚ, ਹੁਣ ਫਰਕ ਨੂੰ ਤੇ ਦੇਖਣਾ ਹੋਵੇ ਤੇ ਦੇਖੋ, ਸੋਫੇ ਬੈਠਣ ਵਾਲੇ, ਉਹ ਜੜ ਵਸਤੂਆਂ, ਟੇਬਲ ਜਿੱਤੇ ਰੱਖ ਕੇ ਥਾਲੀ ਰੋਟੀ ਖਾਣੀ। ਫਿਰ ਬੰਦਿਆਂ 'ਚ ਫਰਕ, ਫਿਰ ਬੰਦੇ ਨਾਲੋਂ ਪਸ਼ੂਆਂ 'ਚ ਫਰਕ, ਪਸ਼ੂਆਂ ਨਾਲੋਂ ਪੰਛੀਆਂ 'ਚ ਫਰਕ। ਤਾਂ ਸਾਰੀ ਦੁਨੀਆ 'ਚ ਜਿਹੜਾ ਭੇਦ ਭਰਮ ਹੈ ਉਹ ਦਿਖਦਾ ਹੈ। ਪਰ ਜਦੋਂ ਕਿਤੇ ਗੁਰੂ ਸਾਹਿਬ ਇਸ ਭਰਮ ਨੂੰ ਭੰਨ ਦਿੰਦੇ ਨੇ, ਤੋੜ ਦਿੰਦੇ ਨੇ, ਫਿਰ ਕੀ ਹੁੰਦਾ? ਕਹੋ ਨਾਨਕ ਗੁਰ ਭਰਮ ਕਾਟਿਆ, ਸਗਲ ਬ੍ਰਹਮ ਵਿਚਾਰ। ਫਿਰ ਹਰ ਜਗ੍ਹਾ ਵਾਹਿਗੁਰੂ ਜੀ ਦੀ ਜੋਤ ਦਿਖਣ ਲੱਗ ਪੈਂਦੀ ਹੈ। ਹਰ ਸਰੀਰ ਵਿੱਚ ਸਭੈ ਘਟ ਰਾਮ ਬੋਲੇ। ਤੇ ਜਿੰਨਾ ਚਿਰ ਭਰਮ ਪਿਆ ਨਾ, ਭਰਮ, ਉਹਨਾਂ ਚਿਰ ਨਹੀਂ। ਹੁਣ ਕਿਰਪਾ ਦੀ ਨਿਸ਼ਾਨੀ ਕੀ ਹੈ? ਜੇ ਕੋਈ ਕਵੇ ਵੀ ਮੇਰੇ ਤੇ ਕਿਰਪਾ, ਜਾਂ ਮੇਰੇ ਉੱਤੇ ਸੱਚੇ ਪਾਤਸ਼ਾਹ ਨੇ ਕਿਰਪਾ ਕਰਤੀ, ਕਹਿੰਦੇ ਕਿਰਪਾ ਕਹੋ ਨਾਨਕ ਗੁਰ ਭਰਮ ਕਾਟਿਆ, ਸਗਲ ਬ੍ਰਹਮ ਵਿਚਾਰ। ਜਦੋਂ ਰੱਬ ਤੋਂ ਬਿਨਾਂ ਹੋਰ ਕੋਈ ਦਿਖੇ ਹੀ ਨਾ, ਉਦੋਂ ਕਿਰਪਾ ਸਮਝਣੀ ਚਾਹੀਦੀ ਹੈ। ਅੱਜ ਜਦੋਂ ਮੰਗਲਾਂ ਦਾ ਰੌਲਾ ਪਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਗਲਤ ਅਸਰ ਪੈ ਗਿਆ, ਗਲਤ ਵਿਚਾਰਧਾਰਾ ਦਾ, ਤੇ ਚੁੱਕ ਕੇ ਗੁਰੂ ਗ੍ਰੰਥ ਸਾਹਿਬ, ਜਿਨ੍ਹਾਂ ਨੂੰ ਅਸੀਂ ਜਾਗਦੀ ਜੋਤ ਮੰਨਦੇ ਹਾਂ, ਪ੍ਰਤੱਖ ਸਤਿਗੁਰੂ ਮੰਨਦੇ ਹਾਂ, ਹਾਜ਼ਰ ਨਾਜ਼ਰ ਸਤਿਗੁਰੂ ਮੰਨਦੇ, ਤਾਂ ਕੁਝ ਵਿਦਵਾਨਾਂ ਦੇ ਕਹਿਣ ਉੱਤੇ, ਜਿਹੜੇ ਵਿਦਵਾਨ ਰਹਿਤ ਤੋਂ ਹੀਣੇ, ਬਾਣੀ ਦੀ ਕਮਾਈ ਤੋਂ ਹੀਣੇ, ਸਿਮਰਨ ਤੋਂ ਹੀਣੇ, ਸੇਵਾ ਤੋਂ ਹੀਣੇ, ਸਿਰਫ ਫੋਕੀਆਂ ਦਲੀਲਾਂ, ਉਹਨਾਂ ਦੇ ਕਹਿਣ ਉੱਤੇ ਮਾਸਟਰ ਤਾਰਾ ਸਿੰਘ ਜੀ, ਜਿਹੜੇ ਅਕਾਲੀ ਦਲ ਦੇ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਉਹਨਾਂ ਮੰਗਲ ਬਦਲਣੇ ਸ਼ੁਰੂ ਕਰਤੇ। ਤੇ ਦਲੀਲ ਸਾਰੇ ਸੰਤ ਸਮਾਜ ਬਣਿਆ। ਵੱਡੇ ਮਹਾਂਪੁਰਸ਼ਾਂ ਦੀ ਰਾਏ ਦੇ ਨਾਲ ਸੰਤ ਬਾਬਾ ਜਵਾਲਾ ਸਿੰਘ ਜੀ ਹਰਖਵਾਲ ਵਾਲੇ, ਸੰਤ ਹਰੀ ਸਿੰਘ ਜੀ ਕਹਾਰਪੁਰੀਏ, ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ, ਸੰਤ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਵਾਲੇ, ਬੜੇ ਬੜੇ ਮਹਾਤਮਾ ਕਮਾਈ ਵਾਲੇ, ਸਾਰੇ ਚੜ੍ਹਦੇ ਤੋਂ ਚੜ੍ਹਦੇ।
ਸਾਰੇ ਇਕੱਠੇ ਹੋ ਕੇ ਮਾਸਟਰ ਜੀ ਦੇ ਪਾਸ ਗਏ। ਵੱਡੇ ਮਹਾਂਪੁਰਸ਼ ਵੀ ਨਾਲ, ਪੰਥ ਰਤਨ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਉਹ ਵੀ ਨਾਲ। ਤੇ ਮਾਸਟਰ ਜੀ ਕੁੱਕੜਾਂ ਨੂੰ ਦਾਣੇ ਪਾਉਣ, ਕੁੱਕੜਾਂ ਨੂੰ ਦਾਣੇ ਖਵਾਉਣ ਦੇ ਜਦੋਂ ਗਏ ਸਾਰੇ ਸੰਤ ਇਕੱਠੇ ਹੋ ਕੇ। ਅੱਗਿਓਂ ਕੀ ਆਖਿਆ, ਸਾਧੋ ਤੁਹਾਡੇ ਕੀ ਢਿੱਡ ਪੀੜ ਹੁੰਦੀ ਆ? ਸੰਤਾਂ ਨੂੰ ਸਾਰਿਆਂ ਨੂੰ ਵੀ ਸਾਧੋ ਤੁਹਾਡੇ ਕੀ ਢਿੱਡ ਪੀੜ ਹੁੰਦੀ ਆ? ਅਕਾਲ ਪੁਰਖ ਦਾ ਨਾਂ ਉੱਤੇ ਕਰਤਾ, ਗੁਰੂ ਸਾਹਿਬ ਦਾ ਥੱਲੇ ਕਰਤਾ। ਮੰਗਲ ਇਦਾਂ ਹੀ ਬਦਲੇ ਨਾ, ਅਕਾਲ ਪੁਰਖ ਦਾ ਉੱਤੇ ਕਰਤਾ, ਗੁਰੂ ਸਾਹਿਬ ਦਾ ਥੱਲੇ ਕਰਤਾ, ਫਿਰ ਸ਼ਬਦ ਸ਼ੁਰੂ ਹੋਇਆ ਕਰੂਗਾ ਗੁਰਬਾਣੀ ਦਾ। ਤਾਂ ਅੱਗਿਓਂ ਸੰਤਾਂ ਨੇ ਕੀ ਜਵਾਬ ਦਿੱਤਾ? ਕਹਿੰਦੇ ਅਕਾਲ ਪੁਰਖ ਤੇ ਗੁਰੂ 'ਚ ਫਰਕ ਆ ਕੋਈ? ਦੇਖ ਲਓ, ਜਿਨ੍ਹਾਂ ਨੇ ਅਕਾਲ ਪੁਰਖ ਨੂੰ ਵੱਡਾ ਸਮਝਿਆ ਤੇ ਗੁਰੂ ਨੂੰ ਛੋਟਾ ਸਮਝਿਆ, ਉਹਨਾਂ 'ਚ ਕੋਈ ਸੰਤ ਨਹੀਂ ਬਣਿਆ। ਕਿਸੇ ਨੂੰ ਬ੍ਰਹਮ ਗਿਆਨ ਨਹੀਂ ਹੋਇਆ, ਕਿਸੇ ਤੇ ਕਿਰਪਾ ਨਹੀਂ ਹੋਈ, ਕਿਸੇ ਨੂੰ ਮਹਾਰਾਜ ਦੇ ਦਰਸ਼ਨ ਨਹੀਂ ਹੋਏ। ਤੇ ਜਿਹਨੇ ਗੁਰੂ ਨੂੰ ਪਰਮੇਸ਼ਰ ਦਾ ਸਰੂਪ ਸਮਝਿਆ, ਉਹ ਸਾਰੇ ਹੀ ਕੋਈ ਸੰਤ, ਕੋਈ ਬ੍ਰਹਮ ਗਿਆਨੀ, ਕੋਈ ਭਗਤ, ਕੋਈ ਗੁਰਸਿੱਖ ਕਮਾਈ ਵਾਲੇ। ਕਿਉਂ? ਗੁਰ ਗੋਬਿੰਦ ਗੋਪਾਲ, ਗੁਰ ਗੁਰ ਪੂਰਨ ਨਾਰਾਇਣ, ਗੁਰ ਦਇਆਲ ਸਮਰੱਥ, ਗੁਰ ਗੁਰੂ ਨਾਨਕ ਪਤਿਤ ਉਦਾਹਰਣ ਹੈ। ਸਤਿਗੁਰ ਵਿੱਚ ਆਪ ਰਖਿਓਨ। ਪਰਮੇਸ਼ਰ ਦਾ ਗਿਆਨ ਹੀ ਗੁਰੂ ਦੇ ਰਾਹੀਂ ਹੁੰਦਾ ਹੈ। ਜਿਵੇਂ ਬਿਜਲੀ ਆ ਨਾ, ਕਿਸੇ ਨੂੰ ਕੀ ਪਤਾ ਹੈਗੀ ਆ ਕਿ ਨਹੀਂ? ਜੇ ਤਾਂ ਬਲਬ ਜਗ ਪਿਆ ਤੇ ਹੈਗੀ ਆ, ਬੁਝ ਗਿਆ ਤੇ ਨਹੀਂ। ਤਾਂ ਬਿਜਲੀ ਦਾ ਸਾਖਸ਼ਾਤ ਗਿਆਨ ਨਹੀਂ ਨਾ ਹੁੰਦਾ, ਐਨਰਜੀ ਦਾ ਸਾਖਸ਼ਾਤ ਗਿਆਨ ਨਹੀਂ ਹੁੰਦਾ। ਬਲਬ ਦੇ ਰਾਹੀਂ, ਉਪਕਰਨ ਦੇ ਰਾਹੀਂ ਉਹਦਾ ਗਿਆਨ ਹੁੰਦਾ ਹੈ। ਤਾਂ ਪਰਮਾਤਮਾ ਕੀ ਇਸੇ ਤਰ੍ਹਾਂ ਇੱਕ ਐਨਰਜੀ ਹੈ, ਪ੍ਰਕਾਸ਼ ਹੈ, ਉਹਦਾ ਗਿਆਨ ਗੁਰੂ ਰਾਹੀਂ ਹੁੰਦਾ ਹੈ, ਸਿੱਧਾ ਨਹੀਂ ਕਿਸੇ ਨੂੰ ਹੋ ਸਕਦਾ। ਤਾਂ ਮਹਾਂਪੁਰਸ਼ਾਂ ਨੇ ਕੀ ਆਖਿਆ ਸੀ ਵੀ ਗੁਰੂ ਤੇ ਗੋਬਿੰਦ 'ਚ ਫਰਕ ਆ ਕੋਈ? ਜਦੋਂ ਗੁਰੂ ਸਾਹਿਬ ਪੰਜਵੇਂ ਪਾਤਸ਼ਾਹ ਆਪ ਲਿਖਾ ਕੇ ਗਏ ਆ, ਕਿਤੇ ਵਾਹਿਗੁਰੂ ਦਾ ਨਾਂ ਉੱਤੇ, ਕਿਤੇ ਗੁਰੂ ਸਾਹਿਬ ਦਾ ਉੱਤੇ, ਜਦੋਂ ਉਹ ਆਪ ਕਰ ਗਏ ਤਾਂ ਉਹਨਾਂ ਦੀ ਕਰਨੀ ਨੂੰ ਸਾਨੂੰ ਮੇਟਣਾ ਨਹੀਂ ਚਾਹੀਦਾ। ਤਾਂ ਮਹਾਰਾਜ ਕੀ ਕਹਿੰਦੇ? ਕਹੋ ਨਾਨਕ ਗੁਰ ਭਰਮ ਕਾਟਿਆ, ਸਗਲ ਬ੍ਰਹਮ ਵਿਚਾਰ। ਜਦੋਂ ਭਰਮ ਮਿਟ ਜਾਂਦਾ ਹੈ, ਫਿਰ ਹਰ ਜਗ੍ਹਾ ਪਰਮੇਸ਼ਰ ਦੇ ਦਰਸ਼ਨ ਹੁੰਦੇ ਨੇ, ਸਾਖਸ਼ਾਤ ਵੀ ਹੁੰਦੇ ਨੇ। ਤਾਂ ਮਹਾਰਾਜ ਬੜੇ ਪ੍ਰੇਮ ਦੇ ਨਾਲ ਫਰਮਾਉਂਦੇ ਨੇ ਕਿ ਹੇ ਵਾਹਿਗੁਰੂ ਜੀ, ਆਪ ਆ ਵਿਸ਼ੇਸ਼ ਕਰਕੇ ਭੰਨ ਦਿੰਦੇ ਹੋ ਭਰਮ ਨੂੰ, ਭਰਮਾਂ ਨੂੰ ਕੱਟਣ ਵਾਲੇ ਹੋ। ਕਿ ਆ ਭਿਜ ਲੋਕੈ, ਕਿ ਆ ਭਿਜ ਲੋਕੈ। ਲੋਕ ਸੰਸਾਰੀ, ਭਿੱਜ ਭਿੱਜਣਾ, ਉਹ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ, ਜੋ ਵਾਹਿਗੁਰੂ ਭੇਜਦਾ ਨਹੀਂ ਸੰਸਾਰੀ ਲੋਕਾਂ ਦਾ, ਆਪ ਤੇ ਭੇਜਦੇ ਨੇ ਸਿਰਫ ਪ੍ਰੇਮਾ ਭਗਤੀ ਦੇ ਨਾਲ, ਹੋਰ ਕਿਸੇ ਚਤਰ ਚਲਾਕੀ ਨਾਲ ਭੇਜਦਾ ਨਹੀਂ। ਗੁਰਬਾਣੀ ਦੇ ਵਿੱਚ ਬੜਾ ਸੁੰਦਰ ਫਰਮਾਨ ਹੈ, ਨਾ ਭੀਜੈ ਰਾਗੀ ਨਾਦੀ ਵੇਦ, ਨਾ ਭੀਜੈ ਸੁਰਤੀ ਗਿਆਨੀ ਜੋਗ, ਨਾ ਭੀਜੈ ਸੋਗੀ ਕੀਤੈ ਰੋਜ਼, ਨਾ ਭੀਜੈ ਰੂਪੀ ਮਾਲੀ ਰੰਗ, ਨਾ ਭੀਜੈ ਤੀਰਥ ਭਵਿਆ ਨਾ। ਤੇ ਨਿਚੋੜ ਕੀ ਲੇਖਾ ਲਿਖੀਐ ਮਨ ਕੇ ਭਾਏ। ਪ੍ਰੇਮਾ ਭਾਵ ਦੇ ਨਾਲ ਵਾਹਿਗੁਰੂ ਜੀ ਭੇਜਦੇ ਹਨ, ਨਹੀਂ ਤੇ ਸੰਸਾਰੀ ਲੋਕ ਉਹਨਾਂ ਦੇ ਸਕਾਮ ਕਰਮ, ਇਹਨਾਂ ਕਰਕੇ ਵਾਹਿਗੁਰੂ ਪਰਮੇਸ਼ਰ ਭੇਜਦਾ ਨਹੀਂ। ਕਿ ਆਦਿਤ ਸੋਕੈ। ਆਦਿਤ ਕਹਿੰਦੇ ਸੂਰਜ ਆਦਿਕ, ਉਹਨਾਂ ਨੂੰ ਵੀ ਸਕਾਉਣ ਵਾਲਾ। ਸੋਕਾ ਭਾਵ ਸਕਾਉਣ ਵਾਲਾ। ਭੈ ਵਿੱਚ ਪਵਨ ਵਹੈ ਸਦਵਾਓ, ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੇ ਵਿਗਾਰ, ਭੈ ਵਿੱਚ ਧਰਤੀ ਦੱਬੀ ਭਾਰ। ਉਹ ਕੌਣ? ਵਾਹਿਗੁਰੂ ਪਰਮੇਸ਼ਰ ਜੀ। ਜਾਂ ਫਿਰ ਮਹਾਂਪੁਰਸ਼ ਅਰਥ ਕਰਦੇ ਨੇ
ਸੂਰਜ ਰੂਪ ਹੋ ਕੇ ਸਾਰੇ ਰਸਾਂ ਨੂੰ ਸੁਕਾਉਣ ਵਾਲਾ, ਕਿਉਂਕਿ ਸੂਰਜ ਦੇ ਪਿੱਛੇ ਵੀ ਉਹ ਹੀ ਹੈ। ਆਸਾੜ ਭਲਾ ਸੂਰਜ ਗਗਨ ਤਪੈ। ਹੁਣ ਸੂਰਜ ਨੂੰ ਗਰਮੀ ਕਿਹਨੇ ਦਿੱਤੀ ਹੈ? ਤਾਂ ਗੁਰਬਾਣੀ ਦੇ ਵਿੱਚ ਆਏਗਾ, ਰੇ ਪ੍ਰਾਣੀ ਉਸਨ ਸੀਤ ਕਰਤਾ। ਉਸਨ ਤੇ ਸੀਤ ਨੂੰ ਕਰਨ ਵਾਲਾ ਕੌਣ ਆ? ਵਾਹਿਗੁਰੂ ਪਰਮੇਸ਼ਰ। ਤਾਂ ਸੂਰਜ ਰੂਪ ਕੀ ਹੋ ਗਈ? ਉਪਾਧੀ। ਸੂਰਜ ਦੇ ਪਿੱਛੇ ਕੌਣ ਹੈ ਉਹ ਦੇਖਣਾ ਪਵੇਗਾ। ਤਾਂ ਉਹ ਕੌਣ? ਵਾਹਿਗੁਰੂ ਪਰਮੇਸ਼ਰ। ਤਾਂ ਮਹਾਰਾਜ ਕਹਿੰਦੇ ਹਨ ਕਿ ਸੂਰਜ ਨੂੰ ਵੀ ਸੋਕ ਕੇ ਗਰਮੀ ਦੇਣ ਵਾਲਾ ਜਿਸ ਨੇ ਦਿੱਤੀ ਹੈ, ਐਸਾ ਵਾਹਿਗੁਰੂ ਪਰਮੇਸ਼ਰ ਜੀ। ਕਿ ਅਵਧੂਤ ਵਰਨੈ। ਅਵਧੂਤ ਕਹਿੰਦੇ ਨੇ ਸ਼ੁੱਧ ਸਰੂਪ ਨੂੰ, ਸ਼ੁੱਧ ਵਰਨ ਵਾਲਾ, ਹਰ ਪ੍ਰਕਾਰ ਦੀ ਮੈਲ ਤੋਂ ਰਹਿਤ, ਕਿਸੇ ਪ੍ਰਕਾਰ ਦੀ ਵੀ ਮੈਲ ਨਹੀਂ ਜਿਸ ਵਾਹਿਗੁਰੂ ਜੀ ਦੇ ਸਰੂਪ ਦੇ ਵਿੱਚ। ਜਾਂ ਵਰਨੇ ਦਾ ਅਰਥ ਹੁੰਦਾ ਕਥਨ ਕਰਨਾ। ਸ਼ੁੱਧ ਸਰੂਪ ਵਾਹਿਗੁਰੂ ਪਰਮੇਸ਼ਰ ਜੀ ਨੂੰ ਜਿਨ੍ਹੇ ਪ੍ਰੇਮ ਦੇ ਨਾਲ ਕਥਨ ਕੀਤਾ, ਜਿਨ੍ਹੇ ਉਹਦੀ ਵਡਿਆਈ ਕੀਤੀ, ਨਾਮ ਜਪਿਆ, ਜਿਨ੍ਹੇ ਉਹਦਾ ਜਸ ਗਾਇਨ ਕੀਤਾ, ਉਸ ਜੋਤ ਸਰੂਪ ਸ਼ੁੱਧ ਸਰੂਪ ਪਰਮੇਸ਼ਰ ਦਾ। ਤਾਂ ਉਹਨਾਂ ਤੇ ਫਿਰ ਵਾਹਿਗੁਰੂ ਪਰਮੇਸ਼ਰ ਜੀ ਕਿਰਪਾ ਕਰਦੇ ਹਨ। ਕਿ ਵਿਭੂਤ ਕਰਨੈ। ਵਿਭੂਤ ਕਹਿੰਦੇ ਨੇ ਵਿਭੂਤੀਆਂ ਨੂੰ, ਪਦਾਰਥਾਂ ਨੂੰ, ਸੰਸਾਰ ਦੀ ਮਾਇਆ ਨੂੰ, ਜੋ ਵੀ ਸੰਸਾਰ ਦੇ ਪਦਾਰਥ ਨੇ, ਐਸ਼ਵਰਜ ਨੂੰ। ਤਾਂ ਇਹਨੂੰ ਕਰਨ ਵਾਲਾ ਉਹ ਜੋ ਵਾਹਿਗੁਰੂ ਪਰਮੇਸ਼ਰ ਹੈ। ਸੰਸਾਰ ਦੇ ਵਿੱਚ ਜੋ ਵੀ ਧਨ ਦੌਲਤ ਵਿਭੂਤੀ ਸਾਨੂੰ ਦਿਖਦੀ ਹੈ, ਉਹਨੂੰ ਪੈਦਾ ਕਰਨ ਵਾਲਾ ਕੌਣ ਹੈ? ਉਹ ਵਾਹਿਗੁਰੂ ਪਰਮੇਸ਼ਰ ਜੀ ਹਨ। ਕਿ ਰਾਜੰ ਪ੍ਰਭਾ ਹੈ। ਪ੍ਰਭਾ ਕਹਿੰਦੇ ਨੇ ਸ਼ੋਭਾ ਨੂੰ। ਰਾਜੰ ਪ੍ਰਕਾਸ਼ ਰਹੀ ਹੈ ਵਾਹਿਗੁਰੂ ਜੀ, ਜੋ ਆਪ ਜੀ ਦੀ ਸ਼ੋਭਾ ਹੈ ਉਹ ਹਰ ਥਾਂ ਤੇ, ਹਰ ਜਗ੍ਹਾ ਉੱਤੇ ਪ੍ਰਕਾਸ਼ ਰਹੀ ਹੈ। ਕਲਗੀਧਰ ਜੀ ਤੇ ਇਸ ਗੱਲ ਉੱਤੇ ਬਹੁਤ ਜ਼ਿਆਦਾ ਹੀ ਜ਼ੋਰ ਦਿੰਦੇ ਨੇ। ਜਹ ਤੈ ਬਲੋਕ ਤਹ ਤੈ ਪਰਸੋ। ਜਾਂ ਉਹਨਾਂ ਨੇ ਤਾਂ ਸ੍ਰੀ ਅਕਾਲ ਉਸਤਤ ਦੇ ਵਿੱਚ ਬੜਾ ਸੁੰਦਰ ਸ਼ਬਦ ਉਚਾਰਨ ਕੀਤਾ ਤੇ ਕੀ ਆਖਿਆ? ਵਾਹਿਗੁਰੂ ਜੀ ਦੀ ਜਿਹੜੀ ਸ਼ੋਭਾ ਹੈ ਉਹ ਬੜੀ ਸਫੇਦ ਹੈ, ਉਹਦੇ ਉੱਤੇ ਕੋਈ ਦਾਗ ਨਹੀਂ ਲੱਗ ਸਕਦਾ। ਕਿੰਨੀ ਕੋ ਸਫੇਦ ਹੈ, ਕਿੰਨੀ ਕੋ ਚਿੱਟੀ ਹੈ। ਤਾਂ ਮਹਾਰਾਜ ਨੇ ਪੂਰੇ ਸ਼ਬਦ ਉਚਾਰਨ ਕੀਤੇ ਨੇ। ਸ਼ੀਰ ਕੈਸੀ ਸ਼ੀਰਾਵਦ, ਸ਼ਾਸ ਕੈਸੀ ਛਤਰਾ ਨੇਰ, ਸ਼ਬਾਕਾਰ ਕੈਸੀ ਸ਼ਬ ਕਾਲਿੰਦਰੀ ਕੇ ਕੂਲ ਕੇ। ਸ਼ੀਰ ਸਮੁੰਦਰ ਵਿੱਚ ਉਹਦੀ ਸ਼ੋਭਾ ਦੁੱਧ ਵਰਗੀ ਚਿੱਟੀ। ਛਤਰਾਪੁਰ ਦੇ ਵਿੱਚ ਛਾਛ ਵਰਗੀ, ਲੱਸੀ ਵਰਗੀ ਚਿੱਟੀ। ਤੇ ਜਮਨਾ ਦੇ ਕੰਢੇ ਉੱਤੇ ਪੁੰਨਿਆਂ ਦੀ ਰਾਤ ਜਿੱਡਾ ਸੋਹਣਾ ਚੰਦਰਮਾ, ਉਹਦੀ ਚਾਂਦਨੀ ਵਰਗੀ ਚਿੱਟੀ। ਐਸੀ ਉਹਦੀ ਸ਼ੋਭਾ ਹੈ। ਹੰਸਨੀ ਸੀ ਸੀਹਾ ਰੂਮ, ਹੀਰਾ ਸੀ ਹੁਸੈਨਾਬਾਦ, ਗੰਗਾ ਕੈਸੀ ਧਾਰ ਚੱਲੀ, ਸਾਤੋਂ ਸਿੰਧ ਰੂਲ ਕੇ। ਸੀਹਾ ਰੂਮ ਨਗਰੀ ਵਿੱਚ ਹੰਸਨੀ ਜਿਹੀ, ਤੇ ਹੁਸੈਨਾਬਾਦ ਦੇ ਵਿੱਚ ਉਹਦੀ ਸ਼ੋਭਾ ਕਿੱਦਾਂ ਦੀ? ਹੀਰੇ ਵਰਗੀ। ਸੱਤਾਂ ਸਮੁੰਦਰਾਂ ਦੇ ਸਮੁੱਚ ਨੂੰ ਲਿਜਾਉਣ ਵਾਲੀ ਗੰਗਾ ਦੀ ਧਾਰ ਵਰਗੀ। ਐਸੀ ਸੁੰਦਰ ਉਹਦੀ ਸ਼ੋਭਾ ਵਾਹਿਗੁਰੂ ਪਰਮੇਸ਼ਰ ਦੀ। ਪਾਰਾ ਸੀ ਪਲਾਊਗੜ੍ਹ, ਰੂਪਾ ਕੈਸੀ ਰਾਮਪੁਰ। ਸੋਰਾ ਸੀ ਸੁਰੰਗਾਬਾਦ, ਨੀਕੇ ਰਹੀ ਝੂਲ ਕੇ। ਪਲਾਊਗੜ੍ਹ ਵਿੱਚ ਪਾਰਾ ਵੀ ਚਿੱਟੇ ਰੰਗ ਦਾ ਹੈ, ਪਾਰੇ ਵਰਗੀ। ਰਾਮਪੁਰ ਵਿੱਚ ਚਾਂਦੀ ਵਰਗੀ। ਸਾਰੰਗਪੁਰ ਵਿੱਚ ਸ਼ੋਰੇ ਜਿਹੀ ਸਫੇਦ ਤੇਰੀ ਕੀਰਤੀ, ਤੇਰੀ ਵਡਿਆਈ, ਤੇਰੀ ਮਹਿਮਾ ਚੰਗੀ ਤਰ੍ਹਾਂ ਵਿਆਪਤ ਹੋ ਰਹੀ ਹੈ, ਚੰਗੀ ਤਰ੍ਹਾਂ ਫੈਲ ਰਹੀ ਹੈ। ਚੰਪਾ ਸੀ ਚੰਦੇਰੀ ਕੋਟ, ਚਾਂਦਨੀ ਸੀ ਚਾਂਦਾਗੜ੍ਹ। ਕੀਰਤ ਤਿਹਾਰੀ ਰਹੀ ਮਾਲਤੀ ਸੀ ਫੂਲ ਕੇ। ਤਾਂ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਵਾਹਿਗੁਰੂ ਦੀ ਕੀਰਤੀ ਨੂੰ ਸਭ ਤੋਂ ਉਜਲ ਮੰਨਿਆ ਹੈ, ਸਾਫ਼ ਮੰਨਿਆ ਹੈ। ਤਾਂ ਸਤਿਗੁਰੂ ਕਿਰਪਾ ਕਰਦੇ ਹੋਏ
ਕੀ ਕਹਿ ਰਹੇ ਨੇ ਕਿ ਸੱਚੇ ਪਾਤਸ਼ਾਹ ਤੇਰੀ ਪ੍ਰਭਾ, ਤੇਰੀ ਸ਼ੋਭਾ ਰਾਜੰ ਪ੍ਰਕਾਸ਼ ਰਹੀ ਹੈ ਹਰ ਥਾਂ ਤੇ, ਹਰ ਜਗ੍ਹਾ ਉੱਪਰ। ਜਾਂ ਫਿਰ ਮਹਾਂਪੁਰਸ਼ ਅਰਥ ਕਰਦੇ ਨੇ ਕਿ ਰਾਜੰ ਪ੍ਰਭਾ ਹੈ ਰਾਜਿਆਂ ਵਾਲੀ ਸ਼ੋਭਾ। ਰਾਜਾ ਕੌਣ ਹੈ? ਰਾਜਿਆਂ ਦਾ ਰਾਜਾ ਕੌਣ ਹੈ? ਉਹਨੇ ਸੱਚੇ ਪਾਤਸ਼ਾਹ ਸਾਡੇ ਸਤਿਗੁਰੂ ਮਹਾਰਾਜ, ਰਾਜਿਆਂ ਦੇ ਰਾਜਾ, ਪਾਤਸ਼ਾਹਾਂ ਦੇ ਪਾਤਸ਼ਾਹ। ਇਸੇ ਕਰਕੇ ਤੁਸੀਂ ਦੇਖੋਗੇ ਵੀ ਆਮ ਜਿਹੜੇ ਦੁਨੀਆ ਦੇ ਗ੍ਰੰਥ ਨੇ, ਗੀਤਾ ਹੈ, ਕੁਰਾਨ ਹੈ, ਕਿਸੇ ਨੂੰ ਵੀ ਤਖਤ ਉੱਤੇ ਨਹੀਂ ਰੱਖਿਆ ਜਾਂਦਾ, ਕਿਸੇ ਨੂੰ ਵੀ ਸਿੰਘਾਸਣ ਉੱਤੇ ਨਹੀਂ ਸਜਾਇਆ ਜਾਂਦਾ। ਹੁਣ ਸਾਡੇ ਗੁਰੂ ਪਾਤਸ਼ਾਹਾਂ ਦੇ ਪਾਤਸ਼ਾਹ ਸੀ, ਇਸ ਕਰਕੇ ਗੁਰੂ ਗ੍ਰੰਥ ਸਾਹਿਬ 10 ਪਾਤਸ਼ਾਹੀਆਂ ਦੀ ਜੋਤ ਨੇ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਵੀ ਸਿੰਘਾਸਣ ਉੱਤੇ ਬੈਠਦੇ ਨੇ। ਬਾਦਸ਼ਾਹਾਂ ਦੇ ਸਿਰ ਉੱਪਰ ਚੌਰ ਝੂਲਦੇ ਨੇ, ਚੌਰ ਕੀਤੇ ਜਾਂਦੇ ਨੇ, ਛਤਰ ਲੱਗਦੇ ਨੇ, ਚੰਦੋਏ ਲੱਗਦੇ ਨੇ, ਚਾਂਦਨੀਆਂ ਲੱਗਦੀਆਂ ਨੇ ਉਹਨਾਂ ਦੀ ਸਭਾ ਦੇ ਵਿੱਚ। ਤਾਂ ਇਸ ਕਰਕੇ ਪਾਤਸ਼ਾਹਾਂ ਦੇ ਪਾਤਸ਼ਾਹ ਹੋਣ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਉੱਤੇ ਚੰਦੋਏ ਲੱਗਦੇ ਨੇ, ਸਿੰਘਾਸਣ ਤੇ ਬਿਰਾਜਮਾਨ ਹੁੰਦੇ ਨੇ, ਚੌਰ ਸਾਹਿਬ ਕੀਤੇ ਜਾਂਦੇ ਨੇ। ਕਿਉਂ? ਕਿਉਂਕਿ ਰਾਜਿਆਂ ਵਾਲੀ ਪ੍ਰਭਾ। ਕਿਉਂਕਿ ਗੁਰੂ ਕੌਣ ਹੈ? ਸਤਿਗੁਰੂ ਕੌਣ ਹੈ? ਸੱਚਾ ਪਾਤਸ਼ਾਹ। ਦੁਨਿਆਵੀ ਪਾਤਸ਼ਾਹ ਤੇ ਖਤਮ ਹੋ ਜਾਂਦੇ ਨੇ। ਗੁਰੂ ਸਾਹਿਬ ਸੱਚੇ ਪਾਤਸ਼ਾਹ ਹੋਣ ਕਰਕੇ ਰਾਜਿਆਂ ਵਾਲੀ ਪ੍ਰਭਾ ਵਾਲੇ ਹਨ, ਮਹਾਰਾਜਿਆਂ ਵਾਲੀ ਪ੍ਰਭਾ ਵਾਲੇ ਮੰਨੇ ਜਾਂਦੇ ਹਨ। ਕਿ ਧਰਮੰ ਤੁਜਾ ਹੈ। ਉਹ ਜੋ ਵਾਹਿਗੁਰੂ ਜੀ ਹਨ ਉਹ ਧਰਮ ਸਰੂਪ ਨੇ, ਧਾਰਨ ਕਰਨ ਵਾਲੇ ਧਰਮ ਸਰੂਪ ਨੇ, ਜਾਂ ਧਰਮ ਦੀ ਤੁਜਾ ਨਿਸ਼ਾਨ ਹਨ। ਧਰਮ ਉਹਨਾਂ ਦੇ ਆਸਰੇ ਸੰਸਾਰ ਦੇ ਵਿੱਚ ਚੱਲਦਾ ਹੈ। ਉਹ ਧਰਮ ਦੇ ਕੇਤ ਮੰਨੇ ਜਾਂਦੇ ਨੇ, ਧਰਮ ਦੇ ਨਿਸ਼ਾਨ ਮੰਨੇ ਜਾਂਦੇ ਨੇ। ਜਿਵੇਂ ਜਿਵੇਂ ਸੰਸਾਰ ਦੇ ਵਿੱਚ ਪਾਪ ਵੱਧਦਾ ਹੈ, ਅਤਿਆਚਾਰ ਵੱਧਦੇ ਨੇ, ਧਰਮ ਘਟਦਾ ਹੈ, ਤਾਂ ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ ਵਾਸਤੇ ਉਹ ਸੰਸਾਰ ਦੇ ਵਿੱਚ ਕਿਸੇ ਪਵਿੱਤਰ ਆਤਮਾ ਨੂੰ ਆਪਣਾ ਅਵਤਾਰ ਸੰਸਾਰ ਦੇ ਵਿੱਚ ਉਹ ਪ੍ਰਗਟ ਕਰ ਦਿੰਦੇ ਨੇ। ਤਾਂ ਇਸ ਕਰਕੇ ਉਹਨਾਂ ਨੂੰ ਧਰਮ ਦੇ ਨਿਸ਼ਾਨ ਮੰਨਿਆ ਗਿਆ ਹੈ। ਫੁਨ ਧਰਮ ਤੁਜਾ ਫਹਿਰੰਤ ਸਦਾ, ਅਗ ਪੁੰਜ ਤਰੰਗ ਨਿਵਾਰਨ ਕੋ। ਜਾਂ ਫਿਰ ਤੁਜਾ ਕਹਿੰਦੇ ਨੇ ਝੰਡਾ ਸਾਹਿਬ ਨੂੰ, ਨਿਸ਼ਾਨ ਸਾਹਿਬ ਨੂੰ। ਤੇ ਨਿਸ਼ਾਨ ਸਾਹਿਬ ਸਭ ਤੋਂ ਉੱਚਾ ਹੈ। ਉੱਚੇ ਤੋਂ ਭਾਵ ਕਿ ਸ਼੍ਰੋਮਣੀ। ਤਾਂ ਧਰਮ ਦੇ ਕਰਮ ਕਰਨ ਵਿੱਚ ਸਭ ਤੋਂ ਸ਼੍ਰੋਮਣੀ ਕੌਣ? ਜਿਹਨੇ ਕਦੀ ਅਧਰਮ ਨਾ ਕੀਤਾ ਹੋਵੇ। ਦੁਨਿਆਵੀ ਬੰਦੇ ਤੋਂ ਤੇ ਗਲਤੀ ਹੋ ਜਾਂਦੀ ਹੈ। ਨਾਲੇ ਆਪਾਂ ਪਹਿਲਾਂ ਵੀ ਇੱਕ ਦਿਨ ਕਥਾ 'ਚ ਵਿਚਾਰਿਆ ਸੀ ਕਿ ਅਪਰਾਧ ਇਹ ਨਹੀਂ ਵੀ ਗਲਤੀ ਹੋ ਗਈ। ਹੁਣ ਜਦੋਂ ਤੁਸੀਂ ਧਰਮ ਤੇ ਚੱਲੋਗੇ ਉਹ ਗਲਤੀ ਹੋ ਸਕਦੀ ਹੈ। ਤਾਂ ਡਿੱਗਣਾ ਅਪਰਾਧ ਨਹੀਂ ਆ, ਸਗੋਂ ਜਦੋਂ ਡਿੱਗ ਪਏ ਉੱਠ ਕੇ ਬਾਅਦ 'ਚ ਤੁਰੇ ਨਹੀਂ, ਉਹ ਅਪਰਾਧ ਮੰਨਿਆ ਜਾਂਦਾ ਹੈ। ਡਿੱਗਣਾ ਵੀ ਤੇ ਉਹਨੇ ਆ ਨਾ ਜਿਹੜਾ ਤੁਰਿਆ ਸੀ, ਤੇ ਜਿਹੜੇ ਤੁਰੇ ਹੀ ਨਹੀਂ ਉਹਨਾਂ ਕੀ ਡਿੱਗਣਾ ਹੈ। ਮਹਾਂਪੁਰਸ਼ ਸ਼੍ਰੀਮਾਨ ਸੰਤ ਬਾਬਾ ਬਿਸ਼ਨ ਸਿੰਘ ਜੀ ਤਰਨਾ ਦਲ ਵਾਲੇ, ਕਿੱਡੀ ਕਮਾਈ ਵਾਲੇ ਸਤਿਪੁਰਖ ਹੋਏ ਨੇ। ਉਹਨਾਂ ਦਾ ਸੁਭਾਅ ਵੀਰ ਰਸੀ ਸੀ ਤੇ ਤਕਰੀਬਨ ਉਹ 30-35 ਸਾਲ ਪਲੰਘੇ ਉੱਤੇ ਚੌਂਕੜੇ 'ਚ ਰਹੇ ਨੇ। ਹੱਦ ਲੱਤ ਖੋਲ ਕੇ ਬਹਿ ਜਾਣਾ, ਲੱਤ ਗਾਂਹ ਨੂੰ ਕਰਕੇ। ਤਾਂ ਇੰਨਾ ਚਿਰ ਇੱਕ ਪਲੰਘੇ ਤੇ ਬੈਠਣਾ ਬੜਾ ਔਖਾ ਹੈ, ਸਾਰੀ ਉਮਰ ਨਿਭਾਉਣੀ ਬੜੀ ਔਖੀ ਹੈ। ਕੁਝ ਸਿੰਘ ਹਠੀ ਤਪੀ ਹੁੰਦੇ ਨੇ, ਬੜਾ ਲੰਮਾ ਚਿਰ ਚੌਂਕੜਾ ਮਾਰ ਲੈਂਦੇ, ਪਰ 34-35 ਸਾਲ ਪਲੰਘੇ ਤੇ ਕੱਢਣੇ ਬੜੇ ਔਖੇ ਮੰਨੇ ਜਾਂਦੇ ਨੇ। ਉਹ ਵੀ ਚੌਂਕੜੇ 'ਚ ਬੈਠੇ ਰਹਿਣਾ, ਹੱਦ ਢੋਲ ਲਾ ਲੈਣੀ ਹੱਦ, ਜਾਂ ਇੱਕ ਲੱਤ ਕਦੀ ਖੱਬੀ ਖੋਲ ਦੇਣੀ, ਕਦੀ ਸੱਜੀ ਖੋਲ ਦੇਣੀ। ਤੇ ਤੁਹਾਨੂੰ ਪਤਾ ਹੀ ਨਹੀਂ ਹੈਗਾ ਸਿੰਘਾਂ ਦਾ ਸੁਭਾਅ, ਫੌਜਾਂ ਦਾ ਸੁਭਾਅ, ਨਹੀਂ ਖੋਲੀ ਤੇ ਨਹੀਂ ਖੋਲੀ।
ਉਹ ਸਿੰਘਾਂ ਨੇ ਸੋਚਿਆ ਵੀ ਫਲਾਣੇ ਪਿੰਡ ਦਾ ਜਿਹੜਾ ਸੱਜਣ ਹੈ ਉਹਦੇ ਨਾਲ ਕੋਈ ਹੋ ਗਈ ਹੋਣੀ, ਆਪਸ ਵਿੱਚ ਹੋ ਜਾਂਦਾ ਵਾਧਾ ਘਾਟਾ, ਵੀ ਇਹਨੂੰ ਬਾਬਾ ਜੀ ਤੋਂ ਨਾ ਮਸਾਲਾ ਦਵਾਉਣਾ, ਵੀ ਝਿੜਕਾਂ ਪਵਾਉਣੀਆਂ ਨੇ, ਦਬਕੇ ਪਵਾਉਣੇ ਜਾਂ ਸ਼ਰਾਬ ਹੀ ਦਵਾਉਣਾ। ਇਹ ਬਾਬਾ ਜੀ ਨੂੰ ਜਾ ਕੇ ਚੁੱਕਣ ਲੱਗੇ, ਬਾਬਾ ਜੀ ਪਿਛਲੇ ਸਾਲ ਦਾਲ ਆਇਆ ਸੀ ਨਾ, ਇਹਨੇ ਅੰਮ੍ਰਿਤ ਛਕਿਆ ਸੀ, ਤੇ ਵੇਖ ਲਓ ਇਹਨੇ ਫੇਰ ਅੰਮ੍ਰਿਤ ਤੋੜ ਦਿੱਤਾ। ਪਿਛਲੇ ਸਾਲ ਜਦੋਂ ਦਾਲ ਆਇਆ ਸੀ ਇਹਨੇ ਫੇਰ ਛਕਿਆ ਸੀ, ਤੇ ਫੇਰ ਇਹਨੇ ਅੰਮ੍ਰਿਤ ਤੋੜ ਦਿੱਤਾ, ਨਾਲ ਪਿੰਡ ਵਾਲੇ ਵੀ ਰਲ ਗਏ। ਉਹਨਾਂ ਨੂੰ ਪਤਾ ਸੀ ਵੀ ਜੋ ਜ਼ਬਾਨ ਤੋਂ ਨਿਕਲ ਗਿਆ ਉਹ ਪੂਰਾ ਹੋਣਾ ਵਾ। ਪਰ ਗੁਰਬਾਣੀ ਕਹਿੰਦੀ ਆ, ਨਾ ਉਹ ਮਰੇ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ। ਜਦੋਂ ਸਾਧੂ ਨੂੰ ਕੋਈ ਠੱਗਣ ਜਾਂਦਾ ਤੇ ਉਹ ਠੱਗਿਆ ਨਹੀਂ ਜਾਣਾ, ਕਿਉਂ? ਤੀਜਾ ਨੇਤਰ ਦਿੱਤਾ ਹੁੰਦਾ ਰੱਬ ਨੇ ਸਾਧੂ ਨੂੰ। ਫਿਰ ਜਦੋਂ ਹੁਣ ਦਾਲ ਆਇਆ ਵਾ ਤੇ ਹੁਣ ਇਹ ਫੇਰ ਅੰਮ੍ਰਿਤ ਛਕਣ ਆਇਆ ਵਾ, ਉਹਨਾਂ ਦਾ ਇਰਾਦਾ ਵੀ ਜਿੱਦਾਂ ਗਰਮ ਸੁਭਾਅ ਦੇ ਨੇ ਵੀਰ ਅਸੀਂ ਨੇ, ਜਿੱਦਾਂ ਮੰਦਾ ਚੰਗਾ ਬੋਲਦੇ ਨੇ, ਫਿਰ ਵੀਰ ਰਸ ਚ ਆਏ ਤੇ ਬੋਲਣ ਹੁਣ। ਪਰ ਉਹ ਸਾਧੂ ਕਿਹੜਾ, ਸਾਧੂ ਕਾਹਦਾ ਹੋਇਆ ਜਿਹੜਾ ਠੱਗਿਆ ਹੀ ਗਿਆ। ਤਾਂ ਬਾਬਾ ਜੀ ਹੱਸ ਕੇ ਕਹਿਣ ਲੱਗੇ, ਕੋਈ ਨਹੀਂ, ਡਿੱਗ ਡਿੱਗ ਕੇ ਹੀ ਸਵਾਰ ਹੋਈਦਾ। ਇੰਨੀ ਗੱਲ ਕਹੀ ਤੇ ਸਾਰੇ ਠੰਡੇ ਹੋ ਗਏ, ਤੇ ਕੋਈ ਨਹੀਂ, ਡਿੱਗ ਡਿੱਗ ਕੇ ਹੀ ਸਵਾਰ ਹੋਈਦਾ। ਨਾਲੇ ਥਾਪੜਾ ਦਿੱਤਾ। ਉਹ ਕਵੇ ਲੈ ਲਓ ਸਵਾਲ, ਵੀ ਤੁਸੀਂ ਤੇ ਮਰਾਉਣ ਆਏ ਸੀ ਮੈਨੂੰ, ਪਰ ਉਹ ਸੰਤ ਅੰਤਰਜਾਮੀ ਆ, ਸੰਤ ਉੱਤੇ ਰੱਬ ਦੀ ਕਿਰਪਾ ਕੁਝ ਜਾਣਦਾ ਉਹ। ਤਾਂ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕੀ ਕਹਿੰਦੇ ਨੇ, ਅਪਰਾਧ ਇਹ ਨਹੀਂ ਵੀ ਡਿੱਗ ਪਿਆ, ਅਖੀਰ ਜਿਹੜੇ ਤੁਰੇ ਨੇ ਡਿੱਗਣਾ ਵੀ ਉਹਨਾਂ ਹੀ ਆ, ਤੇ ਜਿਹੜੇ ਅੰਮ੍ਰਿਤ ਛਕਣ ਨੂੰ ਤੁਰੇ ਹੀ ਨਹੀਂ ਉਹਨਾਂ ਕੀ ਡਿੱਗਣਾ ਵਾ, ਉਹ ਤੇ ਨਾਸਤਿਕ ਨੇ, ਘਰਾਂ 'ਚ ਬੈਠੇ ਨੇ। ਅਪਰਾਧ ਕੀ ਆ? ਡਿੱਗਣ ਤੋਂ ਬਾਅਦ ਦੁਬਾਰਾ ਤੁਰਨਾ ਨਹੀਂ, ਯਤਨ ਨਹੀਂ ਕਰਨਾ, ਉਹਨੂੰ ਅਪਰਾਧ ਮੰਨਿਆ ਗਿਆ। ਰਾਧ ਮੈਨੇ ਸਫਲਤਾ, ਆਪ ਮੈਨੇ ਰਹਿਤ, ਜਦੋਂ ਸਾਨੂੰ ਕਿਸੇ ਕੰਮ 'ਚ ਸਫਲਤਾ ਨਾ ਮਿਲੇ। ਤਾਂ ਜਦੋਂ ਅਸੀਂ ਧਰਮ ਦੇ ਰਸਤੇ ਤੇ ਚੱਲਦੇ ਹਾਂ ਤਾਂ ਸਾਡੇ ਤੋਂ ਕੋਈ ਨਾ ਕੋਈ ਗਲਤੀ ਹੋ ਜਾਂਦੀ ਹੈ, ਪਰ ਗੁਰੂ ਬੜਾ ਸਮਰੱਥ ਹੈ। ਮਹਾਰਾਜ ਕੀ ਲਿਖਦੇ ਨੇ ਗੁਰਬਾਣੀ ਦੇ ਵਿੱਚ, ਘੋਰ ਦੁਖਿਅੰ ਅਨੰਗ ਹਤਿਅੰ ਜਨਮ ਦਰਿਦਰੰ ਮਹਾ ਬਖਿਆਦੰ, ਮਿਟੰਤ ਸਗਲ ਸਿਮਰੰਤ ਹਰ ਨਾਮ, ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ। ਤਾਂ ਧਰਮ ਤੇ ਚੱਲਣ ਵਾਲਿਆਂ 'ਚ ਕੋਈ ਨਾ ਕੋਈ ਗਲਤੀ ਹੋ ਜਾਂਦੀ ਹੈ, ਪਰ ਇੱਕ ਜਾਣਾ ਗਲਤੀ ਨਹੀਂ ਕਰਦਾ। ਗੁਰੂ ਤੇ ਪਰਮੇਸ਼ਰ ਇੱਕ ਮੰਨੇ ਗਏ ਹੈ ਨਾ। ਭੁੱਲਣ ਅੰਦਰ ਸਭ ਕੋ, ਅਭੁੱਲ ਗੁਰੂ ਕਰਤਾਰ। ਗੁਰੂ ਕਹਿ ਲਓ, ਕਰਤਾਰ ਕਹਿ ਲਓ, ਇਹ ਗਲਤੀ ਨਹੀਂ ਕਰਦੇ। ਤਾਂ ਧਰਮ ਦੀ ਧੁਜਾ ਕੌਣ ਹੈ? ਧਰਮ ਨੂੰ ਧਾਰਨ ਕਰਨ ਵਿੱਚ, ਧਰਮ ਤੇ ਚੱਲਣ ਵਿੱਚ ਸਭ ਤੋਂ ਸ਼੍ਰੋਮਣੀ ਕੌਣ ਹੈ? ਤਾਂ ਸਭ ਤੋਂ ਸ਼੍ਰੋਮਣੀ ਧਰਮ ਦੇ ਵਿੱਚ ਚੱਲਣ ਵਾਲਿਆਂ ਵਿੱਚ ਕੌਣ ਹੈ? ਉਹ ਵਾਹਿਗੁਰੂ ਪਰਮੇਸ਼ਰ ਆਪ ਹੀ ਹੈ। ਅਧਰਮ ਕਰਮ ਕੇ ਬਿਨਾ ਸੋ ਧਰਮ ਕਰਮ ਲੇਖੀ ਹੈ। ਜਿਹਦੇ ਕਰਮ ਅਧਰਮ ਤੋਂ ਬਿਨਾ ਹਨ। ਵਾਹਿਗੁਰੂ ਤੋਂ ਵੱਧ ਕੋਈ ਵੀ ਧਰਮ ਨਹੀਂ ਰੱਖ ਸਕਦਾ, ਗੁਰੂ ਸਾਹਿਬ ਤੋਂ ਵੱਧ ਕੋਈ ਵੀ ਧਰਮ ਨਹੀਂ ਧਾਰਨ ਕਰ ਸਕਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਧਰਮ ਨੂੰ ਧਾਰਨ ਕਰਨ ਵਿੱਚ ਧੁਜਾ, ਨਿਸ਼ਾਨ ਸਾਹਿਬ ਵਾਂਗ ਸਭ ਤੋਂ ਉੱਚਾ ਸ਼੍ਰੋਮਣੀ ਕੌਣ ਹੈ? ਉਹ ਵਾਹਿਗੁਰੂ ਪਰਮੇਸ਼ਰ ਜੀ ਹਨ। ਕਿ ਆਸੋਕ ਵਰਨੈ, ਵਰਨ ਸੰਗਿਆ ਹੈ ਸ਼ਕਲ, ਸੂਰਤ ਮੈਨੇ ਰੂਪ, ਸਰੂਪ ਕਹਿ ਲਈਏ ਜਾਂ ਰੂਪ ਕਹਿ ਲਈਏ। ਵਾਹਿਗੁਰੂ ਜੀ ਦਾ ਰੂਪ ਕਿੱਦਾਂ ਦਾ ਹੈ ਕਿ ਜੋ ਸ਼ੋਕ ਤੋਂ ਰਹਿਤ ਰੂਪ ਵਾਲੇ ਹਨ, ਸਰੂਪ ਵਾਲੇ ਹਨ। ਜਾਂ ਵਰਨੇ ਦਾ ਅਰਥ ਕੀ ਹੋਇਆ? ਕਥਨ ਕਰਨਾ। ਜਿਹੜੇ ਤੇਰੇ ਜਸ ਨੂੰ ਪ੍ਰੇਮ ਨਾਲ ਵਰਣਨ ਕਰਦੇ ਨੇ, ਕਥਨ ਕਰਦੇ ਨੇ, ਉਹਨਾਂ ਨੂੰ ਆਪ ਜੀ ਐਸੀ ਅਵਸਥਾ ਦਿੰਦੇ ਹੋ ਫਿਰ
ਕਿ ਸ਼ੋਕ ਤੋਂ ਰਹਿਤ ਕਰ ਦਿੰਦੇ। ਉਹਨਾਂ ਉੱਤੇ ਦੁੱਖ ਸੁੱਖ ਦਾ ਫਿਰ ਅਸਰ ਹੀ ਨਹੀਂ ਹੁੰਦਾ। ਧੰਨ ਬਾਬਾ ਵੀਰ ਸਿੰਘ ਜੀ ਨਰੰਗਾਬਾਦ ਵਾਲੇ ਮਹਾਂਪੁਰਸ਼, ਸਤਿਪੁਰਸ਼, ਬ੍ਰਹਮ ਗਿਆਨੀ ਦੀ ਨਿਸ਼ਾਨੀ ਕੀ? ਤਰਤੀ ਸ਼ੋਕ ਆਤਮ ਬੇਤਾ ਸ਼ੋਕ ਨੂੰ ਤਰ ਜਾਂਦਾ ਹੈ। ਜਿਹਨੂੰ ਸੋਗ ਨਹੀਂ ਹੁੰਦਾ ਉਹ ਕੌਣ? ਆਤਮ ਬੇਤਾ ਮੰਨਿਆ ਗਿਆ ਹੈ। ਜਿਹੜੇ ਤਰ ਗਏ ਆ ਸ਼ੋਕ ਨੂੰ। ਹੋਇਆ ਕੀ ਫਿਰ? ਬਾਬਾ ਵੀਰ ਸਿੰਘ ਜੀ ਨਰੰਗਾਬਾਦ ਵਾਲੇ ਜਦੋਂ ਅਖੀਰ ਤੇ ਸ਼ਹੀਦ ਹੋਏ, ਸਰੀਰ ਜ਼ਖਮੀ ਹੋਇਆ, ਲਹੂ ਵਗਦਾ ਪਿਆ ਸੀ ਜਿਵੇਂ ਪ੍ਰਣਾਲਿਆਂ ਦੇ ਵਿੱਚੋਂ ਪਾਣੀ ਵਗਦਾ ਹੈ। ਤੋਪ ਦੇ ਗੋਲੇ ਵੱਜੇ, ਗੋਲੀਆਂ ਵੱਜੀਆਂ। ਤਾਂ ਫਿਰ ਕੀ ਹੋਇਆ? ਉਹਨਾਂ ਦਾ ਜਿਹੜਾ ਗੁਰ ਭਾਈ ਸੀ ਉਹ ਪਰਖ ਕਰਨ ਵਾਸਤੇ ਆਇਆ ਵੀ ਸੰਤ ਦੀ ਜਿਹੜੀ ਪਰਖ ਆ ਉਹ ਦੁੱਖ ਦੇ ਵਿੱਚ ਹੁੰਦੀ ਹੈ। ਤਾਂ ਦੁੱਖ ਦੇ ਵਿੱਚ ਉਹ ਫਿਰ ਪਰਖ ਕਰਨ ਵਾਸਤੇ ਆਇਆ। ਤੇ ਪਰਖ ਕਰਨ ਵਾਸਤੇ ਫਿਰ ਕੀ ਕੀਤਾ ਗਿਆ? ਆਣ ਕੇ ਕਿਹਾ ਸੰਤਾਂ ਨੂੰ ਕਿ ਮਹਾਰਾਜ ਦੇਖੋ ਕਿੰਨਾ ਧੱਕਾ ਕੀਤਾ ਤੁਹਾਡੇ ਨਾਲ, ਤੁਹਾਡਾ ਸਾਰਾ ਡੇਰਾ ਲੁੱਟ ਲਿਆ, ਸਿੰਘ ਸ਼ਹੀਦ ਕਰ ਦਿੱਤੇ, ਛੋਟੇ ਛੋਟੇ ਬੱਚੇ ਭਚੰਗੀ ਰਹਿੰਦੇ ਨੇ ਗੁਰੂ ਘਰਾਂ 'ਚ, ਉਹ ਵੀ ਸ਼ਹੀਦ ਕਰ ਦਿੱਤੇ। ਤੁਸੀਂ ਕੋਈ ਨਾ ਕੋਈ ਅਰਦਾਸ ਕਰੋ ਮਹਾਰਾਜ ਅੱਗੇ, ਕੋਈ ਨਾ ਕੋਈ ਸਰਾਫ ਦਿਓ। ਤਾਂ ਸੰਤਾਂ ਨੇ ਜਿਹੜਾ ਜਵਾਬ ਦਿੱਤਾ ਸੀ ਉਹ ਕੀ ਸੀ ਕਿ ਸੱਜਣਾ, ਜੇ ਦੰਦਾਂ ਥੱਲੇ ਜੀਭ ਆ ਜਾਵੇ ਤਾਂ ਸਿਆਣਾ ਬੰਦਾ ਕਦੀ ਆਪਦੇ ਦੰਦ ਭੰਨਦਾ? ਕਿਉਂ ਨਹੀਂ ਭੰਨਦਾ? ਵੀ ਜੀਭ ਵੀ ਉਹਦੀ ਤੇ ਦੰਦ ਵੀ ਉਹਦੇ। ਸਿਰ ਦੇ ਵਿੱਚ ਪੀੜ ਹੋਵੇ, ਕਦੀ ਕਿਸੇ ਸਿਆਣੇ ਦੀ ਗੱਲ ਛੱਡੋ, ਮੂਰਖ ਨੇ ਵੀ ਕੰਧ 'ਚ ਸਿਰ ਮਾਰਿਆ। ਕਿਉਂ? ਸਿਰ ਵੀ ਉਹਦਾ ਤੇ ਪੀੜ ਵੀ ਉਹਦੀ। ਤਾਂ ਸੰਤ ਕਹਿਣ ਲੱਗੇ ਭਾਈ ਮਾਰਨ ਵਾਲੇ ਵੀ ਸਾਡੇ ਤੇ ਮਰਨ ਵਾਲੇ ਵੀ ਸਾਡੇ, ਇਸ ਕਰਕੇ ਭਾਈ ਅਸੀਂ ਕਿਸੇ ਨੂੰ ਕੀ ਸਰਾਫ ਦੇਣਾ ਹੈ। ਤਾਂ ਜਦੋਂ ਗੁਰੂ ਸਾਹਿਬ ਕਿਰਪਾ ਕਰਦੇ ਨੇ ਤਾਂ ਉਹ ਫਿਰ ਸ਼ੋਕ ਤੋਂ ਪਰੇ ਹੋ ਜਾਂਦੇ ਨੇ, ਸ਼ੋਕ ਤੋਂ ਰਹਿਤ ਹੋ ਜਾਂਦੇ ਨੇ। ਐਸੀ ਕਿਰਪਾ ਮਹਾਰਾਜ ਸੱਚੇ ਪਾਤਸ਼ਾਹ ਕਰਨ ਵਾਲੇ ਹਨ ਕਿ ਸਰਬਾ ਅਪਰਨੈ। ਜੋ ਵਾਹਿਗੁਰੂ ਜੀ ਸਰਬਾ ਸਭਨਾਂ ਨੂੰ ਅਪਰਨ ਭੂਸ਼ਣ ਰੂਪ ਹਨ। ਭੂਸ਼ਣ ਰੂਪ ਕੀ ਗਹਿਣੇ ਵਾਂਗ ਪਿਆਰਾ। ਜਿਵੇਂ ਗਹਿਣੇ ਵਿੱਚ ਚਿੱਤ ਰਹਿੰਦਾ ਹੈ, ਗਹਿਣਾ ਪਿਆਰਾ ਹੈ, ਗਹਿਣੇ ਦੇ ਵਿੱਚ ਧਿਆਨ ਰਹਿੰਦਾ ਹੈ, ਇਸੇ ਤਰ੍ਹਾਂ ਵਾਹਿਗੁਰੂ ਗਹਿਣੇ ਵਾਂਗ ਸਭਨਾਂ ਨੂੰ, ਗੁਰਮੁਖਾਂ ਨੂੰ, ਗੁਰਸਿੱਖਾਂ ਨੂੰ ਪਿਆਰਾ ਹੈ। ਤੇ ਗੁਰਸਿੱਖਾਂ ਦਾ, ਮਹਾਂਪੁਰਸ਼ਾਂ ਦਾ ਧਿਆਨ ਭੂਸ਼ਣ ਸਰੂਪ, ਅਭਰਨ ਸਰੂਪ ਵਾਹਿਗੁਰੂ ਦੇ ਵਿੱਚ ਹੀ ਲੱਗਾ ਰਹਿੰਦਾ ਹੈ। ਪ੍ਰਭ ਤੁਮ ਤੇ ਲਹਿਣਾ, ਤੂੰ ਮੇਰਾ ਗਹਿਣਾ। ਸਾਡੇ ਗੁਰਬਾਣੀ ਮੁਤਾਬਕ ਵਾਹਿਗੁਰੂ ਜੀ ਦੀ ਕਿੰਨੀ ਅਹਿਮੀਅਤ ਆ। ਵਾਹਿਗੁਰੂ ਦੇ ਪਿਆਰਿਆਂ ਦੇ ਅੰਦਰ ਜਿਵੇਂ ਦੁਨਿਆਵੀ ਬੰਦੇ ਨੂੰ ਗਹਿਣੇ ਦੀ ਖਿੱਚ, ਦੁਨਿਆਵੀ ਔਰਤ ਨੂੰ ਗਹਿਣਿਆਂ ਦੀ ਖਿੱਚ ਰਹਿੰਦੀ ਹੈ, ਇਸੇ ਤਰ੍ਹਾਂ ਗੁਰੂ ਕੇ ਪਿਆਰਿਆਂ ਨੂੰ ਵਾਹਿਗੁਰੂ ਦਾ ਪਿਆਰ ਰਹਿੰਦਾ ਹੈ, ਖਿੱਚ ਰਹਿੰਦੀ ਹੈ। ਜਾਂ ਫਿਰ ਆਪ ਭਰਨ, ਆਪ ਵਿਸ਼ੇਸ਼ ਕਰਕੇ ਭਰਨ ਪੋਸ਼ਣ ਵਾਲਾ, ਪਾਲਣ ਵਾਲਾ, ਸਰਬਾ ਸਾਰਿਆਂ ਨੂੰ, ਸਾਰੇ ਸੰਸਾਰ ਨੂੰ ਰਿਜ਼ਕ ਦੇਣ ਵਾਲਾ, ਰੋਜ਼ੀ ਰੋਟੀ ਦੇਣ ਵਾਲਾ, ਉਹ ਕੌਣ? ਵਾਹਿਗੁਰੂ ਪਰਮੇਸ਼ਰ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ। ਅੱਗੇ ਵਾਸਤੇ ਸਾਰੀ ਸੰਗਤ ਨੇ ਸਮਤ ਬਖਸ਼ਣੀ। ਲੇਖਾ ਕਤੇ ਨਾ ਛੂਟੀਐ, ਖਿਨ ਖਿਨ ਭੂਲਣ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਕੇ ਰਾਜੰ ਪ੍ਰਭਾ ਹੈ, ਕੇ ਧਰਮੰ ਤੋ ਜਾ ਹੈ, ਕੇ ਆਸੋਕ ਬਰਨੈ, ਕੇ ਸਰਬਾ ਅਪਰਨੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ